ਤੁਸੀਂ ਸੁਣ ਰਹੇ ਹੋ ਕਿਤਾਬ ਕਦੀਮ ਤਵਾਰੀਖੀ ਸ਼ਹਿਰ ਪੱਟੀ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਦੂਜੇ ਭਾਗ ਵਿੱਚ ਸੁਣੋ ਪੱਟੀ ਦੀਆਂ ਕੁਝ ਅਭੁੱਲ ਹਸਤੀਆਂ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੰਬਰ 1 ਗੰਗਾ ਦਾਸ। ਕਈਆਂ ਵਾਲੇ ਚੌਂਕ ਦੇ ਉੱਤਰ ਪੂਰਬ ਵਿੱਚ ਮੁਸਲਮਾਨ ਵਸੋਂ ਸੀ। 15 ਅਗਸਤ 1947 ਤੋਂ ਪਿੱਛੋਂ ਇਹ ਸਾਰੀ ਥਾਂ ਖਾਲੀ ਹੋ ਗਈ। ਕਈਆਂ ਨੇ ਥਾਂ ਮੱਲੇ ਤੇ ਕਈਆਂ ਨੇ ਛੱਡੇ। ਕਈ ਹਸਤੀਆਂ ਪੱਟੀ ਆਈਆਂ ਤੇ ਕਈ ਤੁਰ ਗਈਆਂ। ਗਿਆਨੀ ਸੋਹਣ ਸਿੰਘ ਜੀ ਸੀਤਲ ਕੁਝ ਚਿਰ ਪੱਟੀ ਰਹੇ, ਫਿਰ ਉਹ ਵੀ ਛੱਡ ਕੇ ਲੁਧਿਆਣੇ ਚਲੇ ਗਏ। ਹੁਣ ਇੱਥੇ ਇੱਕ ਐਸੀ ਹਸਤੀ ਆਈ ਜਿਹਨੇ ਕਈਆਂ ਵਾਲੇ ਬਾਜ਼ਾਰ ਦੇ ਲਾਗੇ ਲਾਗੇ ਘਰ ਮੱਲ ਕੇ ਢਾਹ ਕੇ ਵਾਹਵਾ ਚੌੜਾ ਵਿਹੜਾ ਬਣਾ ਲਿਆ ਤੇ ਵਿੱਚ ਫਨੀਅਰ ਸੱਪ ਵਾਂਗ ਕੁੰਡਲ ਮਾਰ ਕੇ ਬਹਿ ਗਿਆ। ਪਰ ਪਤਾ ਨਹੀਂ ਵਕਫ ਬੋਰਡ ਜਾਂ ਛੱਡ ਕੇ ਗਿਆ ਲੋਕਾਂ ਦੀ ਭਾਲ ਵਾਲਾ ਮਹਿਕਮਾ ਕਿੱਥੇ ਲਾਪਰਵਾਹ ਹੋ ਕੇ ਸੁੱਤਾ ਰਿਹਾ। ਨਾ ਕਿਸੇ ਛੇੜਿਆ ਤੇ ਨਾ ਹੀ ਇਹ ਆਪ ਹਿੱਲਿਆ ਤੇ ਨਾ ਹੀ ਥਾਂ ਖਾਲੀ ਕੀਤਾ, ਸਗੋਂ 4 ਚੁਫੇਰੇ ਦੀ ਵਸੋਂ ਨੂੰ ਇਸ ਨੇ ਪੂਰੀ ਤਰ੍ਹਾਂ ਸੁੱਕਣੇ ਪਾ ਛੱਡਿਆ। ਕੋਈ ਵੀ ਮੌਸਮ ਹੋਵੇ, ਹਾੜ ਜਾਂ ਸਿਆਲ, ਇਸ ਨੇ ਉੱਚੀ ਸੁਰ ਵਿੱਚ ਲਾਊਡ ਸਪੀਕਰ ਰਾਹੀਂ ਬਾਣੀ ਦਾ ਪ੍ਰਵਾਹ ਚਲਾ ਦੇਣਾ ਤੇ ਫਿਰ ਕੀ ਮਜਾਲ ਕੋਈ ਸੁੱਤਾ ਰਹੇ। ਸੁਹਿਰਦ ਪਾਠਕ ਆਪ ਹੀ ਸੋਚ ਲੈਣ ਕਿ ਇਸ ਤਰ੍ਹਾਂ ਤੜਫਾ ਕੇ ਜਗਾਏ ਹੋਏ ਲੋਕ, ਬੱਚਾ, ਜਵਾਨ, ਬੁੱਢਾ, ਮਾਈਆਂ, ਬੀਬੀਆਂ, ਭਾਵ ਕਿਸੇ ਮਰਜ਼ ਵਾਲਾ ਵੀ ਕੀ ਆਖ ਕੇ ਉੱਠਦਾ ਹੋਵੇਗਾ। ਜਿਹੜੇ ਰੁੱਧ ਖਲਕ, ਟੋਕਰ ਬੋਚ ਜਾਂ ਟੁੱਕ ਕੀਚਰ ਜਾਂ ਲੱਲੂ ਪੰਜੂ ਉਸ ਨੇ ਮਗਰ ਲਗਾਏ ਹੋਏ ਸਨ ਤੋਂ ਬਿਨਾਂ ਕੋਈ ਸੁਖੀ ਨਹੀਂ ਸੀ। ਪੱਟੀ ਤਹਿਸੀਲ ਭਾਵੇਂ ਉਦੋਂ ਆਰਜੀ ਤੌਰ ਉੱਤੇ ਹੀ ਬਣੀ ਸੀ। SDM ਸਾਹਿਬ, ਜੱਜ ਸਾਹਿਬਾਨ ਜਾਂ ਅਦਾਲਤਾਂ ਮਾੜੀਆਂ ਮੋਟੀਆਂ ਇਮਾਰਤਾਂ ਵਿੱਚ ਹੀ ਲੱਗਦੀਆਂ ਸਨ। ਫਿਰ ਵਕੀਲ ਸਾਹਿਬਾਨ ਦੀ ਵੀ ਨਾਲ ਹੀ ਹੋਂਦ ਹੋ ਗਈ। ਕੁਝ ਕੁ ਵਕੀਲ ਸਾਹਿਬਾਨ ਨੇ ਵੀ ਪੱਟੀ ਵਿੱਚ ਰਿਹਾਇਸ਼ ਰੱਖ ਲਈ। ਇਹਨਾਂ ਵਿੱਚੋਂ ਸ੍ਰੀ ਕਾਂਚੀ ਰਾਮ ਇੱਕ ਬੜੇ ਬਜ਼ੁਰਗ, ਸਿਆਣੇ ਤੇ ਸੁਲਝੇ ਹੋਏ, ਬੜੀ ਸਾਫ਼ ਸਪਸ਼ਟ ਤੇ ਨਰਮ ਬੋਲੀ ਵਾਲੇ ਵਕੀਲ ਸਨ। 4 ਵਜੇ ਦੀ ਲਾਊਡ ਸਪੀਕਰ ਦੀ ਗੜਗੜਾਹਟ ਨਾਲ ਸਭ ਤੋਂ ਜ਼ਿਆਦਾ ਇਹੀ ਦੁਖੀ ਸਨ। ਬੜੇ ਤਰਲੇ ਲਏ, ਸਰਕਾਰੀ ਪ੍ਰਬੰਧ ਪ੍ਰਣਾਲੀ ਰਾਹੀਂ ਵੀ ਚਾਰਾਜੋਈ ਕੀਤੀ, ਜ਼ੋਰ ਲਗਾਇਆ, ਪਰ ਗੰਗਾ ਦਾਸ ਕੀ ਬਲਾ ਸੀ। ਬੜਾ ਅੜਬ ਜੱਟ, ਸ਼ਕਲ ਸੂਰਤ ਵੀ ਸਖਤ, ਸੁਭਾਅ ਤੇ ਬੋਲਾ ਵੀ ਕੁਰਖਤ। ਜਦੋਂ ਫਿਰ ਵੀ ਨਾ ਹਟਿਆ, ਇੱਕ ਵਾਰ 1-2 ਕਰੀਬੀ ਸੱਜਣਾ ਰਾਹੀਂ ਇਸ ਲੇਖਕ ਨੂੰ ਵੀ ਉਸਦੇ ਨੇੜੇ ਜਾ ਕੇ ਉਸਦੇ ਖਿੰਗਰ ਪੱਥਰ ਵਰਗੇ ਬੋਲਾਂ ਦੀ ਸੂਰਤ ਚੜ੍ਹਨਾ ਪਿਆ ਸੀ। ਸਾਡਾ ਬੈਠਿਆਂ ਦਾ ਸਿਵਾਏ ਹਾਂ ਹਾਂ ਦੇ ਹੁੰਗਾਰੇ ਤੋਂ ਕੋਈ ਚਾਰਾ ਨਹੀਂ ਸੀ। ਜਦੋਂ ਉਹ ਊਟ ਪਟਾਂਗ ਸ਼ੇਰ ਬੜੇ ਅਣਸੁਖਾਵੇਂ ਉਚਾਰਨ ਵਿੱਚ ਬੋਲ ਕੇ ਮੁਸਕਰਾਉਂਦਾ, ਨਾ ਚਾਹੁੰਦਿਆਂ ਹੋਇਆਂ ਵੀ ਬੁੱਲ੍ਹਾਂ ਵਿੱਚੋਂ ਦੰਦ ਬਾਹਰ ਕੱਢਣੇ ਪੈਂਦੇ ਸਨ। ਇਹ 40 ਮਿੰਟ ਕਿਵੇਂ ਲੰਘੇ ਅੱਜ ਵੀ ਯਾਦ ਕਰਕੇ ਸਾਬਣ ਵਾਲੀ ਤਾਰ ਸਰੀਰ ਵਿੱਚ ਫਿਰ ਜਾਂਦੀ ਹੈ। ਬੜਾ ਹੌਸਲਾ ਕਰਕੇ ਖਲਾਸੀ ਪਾਉਣ ਦੀ ਆਗਿਆ ਮੰਗੀ। ਉਸ ਭਿਆਨਕ ਚਿਹਰੇ ਉੱਤੇ ਨਿਗਾਹ ਦਾ ਨਜ਼ਰਾਨਾ ਭੇਟ ਕਰਕੇ ਫਤਿਹ ਬੁਲਾਈ ਤੇ ਪਿੰਜਰੇ ਵਿੱਚੋਂ ਛੁੱਟੇ ਪੰਛੀ ਵਾਂਗ ਸਾਹ ਲਿਆ। ਬਾਹਰ ਆ ਕੇ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਤਿੰਨੇ ਜਣੇ ਅਜੇ ਜਿੰਦਾ ਹਾਂ। ਪੱਟੀ ਵਾਸੀਆਂ ਵਿੱਚੋਂ ਕਿਸੇ ਵਿੱਚ ਵੀ ਹਿੰਮਤ ਜੁਰਤ ਨਹੀਂ ਸੀ ਕਿ ਉੱਥੇ ਖੜਾ ਹੋ ਕੇ ਅੱਗੇ ਵੱਧ ਕੇ ਉਸ ਨੂੰ ਰੋਕੇ। ਆਪੂ ਤਾਂ ਉਸਨੇ ਰੁਕਣਾ ਹਟਣਾ ਨਹੀਂ ਸੀ। ਗੰਗਾ ਦਾਸ ਦੀ ਜਿੱਦ ਨੇ ਲੋਕਾਂ ਨੂੰ ਇੰਨੀ ਬੁਰੀ ਤਰ੍ਹਾਂ ਨਿਸਲ ਕੀਤਾ ਸੀ ਕਿ ਕੋਈ ਸਿਰ ਜਾਂ ਲੱਤ ਬਾਂਹ ਨਹੀਂ ਸੀ ਹਿਲਾਉਂਦਾ। ਸਿਰ ਪਈ ਅਸਹਿ ਤੇ ਅਕਹਿ ਮੁਸੀਬਤ ਨੂੰ ਵਾਹਿਗੁਰੂ ਦਾ ਭਾਣਾ ਮੰਨ ਕੇ ਜਰੀ ਜਾ ਰਹੇ ਸਨ। ਸਮਾਂ ਲੰਘਦਾ ਗਿਆ। ਇੱਕ ਦਿਨ ਕਾਲੀ ਬੋਲੀ ਰਾਤ ਦਾ ਹਨੇਰਾ ਛੱਟ ਗਿਆ, ਸੂਰਜ ਚੜ੍ਹ ਗਿਆ। ਜੰਗਲ ਦੀ ਅੱਗ ਵਾਂਗ ਖਬਰ ਫੈਲ ਗਈ ਕਿ ਗੰਗਾ ਦਾਸ ਨੂੰ ਹਾਦਸੇ ਨੇ ਦਬੋਚ ਲਿਆ ਹੈ। ਇੱਕ ਪਾਈਪ ਬੁਰੀ ਤਰ੍ਹਾਂ ਵੱਜ ਕੇ ਜਿਸਮ ਦੇ ਵਿੱਚੋਂ ਦੀ ਆਰ ਪਾਰ ਹੋ ਗਿਆ ਹੈ। ਨੰਬਰ 2 ਬਾਬਾ ਚਾਟੀ। ਬਾਬਾ ਚਾਟੀ ਵੀ ਪੱਟੀ ਦੀ ਅਜੀਬੋ ਗਰੀਬ ਤੇ ਇੱਕ ਦਿਲਕਸ਼ ਹਸਤੀ ਸੀ। 49-50 ਦੇ ਪੇਟੇ ਵਿੱਚ 5.25 ਫੁੱਟ ਦਾ ਮਾੜੂ ਜਿਹਾ ਕੱਦ, ਗਿੱਟਿਆਂ ਤੋਂ ਉਤਾਂਹ ਚਾਦਰ, ਕਿਸੇ ਵੇਲੇ ਗਲ ਕਮੀਜ਼ ਜਾਂ ਫਤੂਹੀ ਤੇ ਸਿਰ ਉੱਤੇ ਪੱਗ ਜ਼ਰੂਰ ਹੁੰਦੀ ਸੀ। ਹਾੜ ਸਿਆਲ ਸਿਰਫ ਇਹੋ ਹੀ ਲੀੜੇ ਹੁੰਦੇ ਸਨ। ਠੰਡ ਵਿੱਚ ਕਦੀ ਉੱਤੇ ਖੇਸ ਜਾਂ ਕੰਬਲ ਲਿਆ ਨਹੀਂ ਸੀ ਦੇਖਿਆ ਗਿਆ। ਇੰਜ ਲੱਗਦਾ ਹੁੰਦਾ ਸੀ ਕਿ ਗਰੀਬੀ ਨੇ ਕਾਫੀ ਘੇਰਾ ਘੱਤਿਆ ਹੋਇਆ ਹੈ। ਭਲਿਆਂ ਵਾਲੀ ਸੱਥ ਵਾਲੇ ਪਾਸਿਓਂ ਇਸ ਨੂੰ ਲਾਹੌਰ ਵਾਲੀ ਸੜਕ ਦੇ ਫਾਟਕ ਵਾਲੇ ਪਾਸੇ ਆਉਂਦਾ ਤੇ ਸ਼ਹੀਦ ਦੇ ਬੁੱਤ ਵਾਲੇ ਪਾਸੇ
ਜਿੱਥੇ ਕਿ ਉਸ ਵੇਲੇ ਨੁੱਕਰ ਵਿੱਚ ਇੱਕ ਬੜਾ ਵੱਡਾ ਤਖੀਆ ਹੁੰਦਾ ਸੀ। ਸਾਈਂ ਲੋਕ ਰਹਿੰਦੇ ਤੇ ਇੱਕ ਵੱਡਾ ਧੂੰਆਂ ਧੁਖਦਾ ਰਹਿੰਦਾ। ਇਹ ਬਾਬਾ ਇੱਥੋਂ ਤੱਕ ਹੀ ਆਉਂਦਾ ਸੀ। 1947 ਤੋਂ ਪਹਿਲਾਂ ਉਸ ਵੇਲੇ ਪੱਟੀ ਤੋਂ ਕਸੂਰ ਨੂੰ ਜਾਣ ਵਾਲੀ ਸੜਕ ਖੱਬੇ ਹੱਥ ਕੇਸੂਆਂ ਦੇ ਰੁੱਖ ਅਤੇ ਕਬਰਸਤਾਨ ਦੀ ਨੁੱਕਰ ਤੋਂ ਅੱਗੇ ਫਰਾਂ ਦੇ ਰੁੱਖ ਹੁੰਦੇ ਸਨ। ਅੱਜ ਸਾਰਾ ਨਕਸ਼ਾ ਹੀ ਬਦਲ ਗਿਆ ਹੈ। ਬਾਬਾ ਚਾਟੀ ਜੀ ਦੇ ਪੱਕੇ ਦੋ ਸਮੇਂ ਹੁੰਦੇ ਸਨ। ਜਦੋਂ ਇੱਧਰ ਵੱਲ ਨੂੰ ਆਉਂਦਾ ਉਦੋਂ DAV ਸਕੂਲ ਅੱਧੀ ਛੁੱਟੀ ਹੁੰਦੀ ਸੀ। ਰੇਹੜੀਆਂ ਵਾਲੇ ਤੇ ਵਿਦਿਆਰਥੀ ਸਕੂਲ ਗੇਟ ਦੇ ਸਾਹਮਣੇ ਲਾਹੌਰ ਰੋਡ ਤੀਕ 40 ਗਜ ਦੇ ਖੁੱਲ੍ਹੇ ਥਾਂ ਵਿੱਚ ਇਕੱਠੇ ਹੋ ਜਾਂਦੇ। ਉਸ ਵੇਲੇ ਬਾਬਾ ਚਾਟੀ ਵੀ ਨਮੂਦਾਰ ਹੋ ਜਾਂਦਾ। 5ਵੀਂ 6ਵੀਂ ਤੋਂ ਲੈ ਕੇ 8ਵੀਂ ਜਾਂ 9ਵੀਂ ਜਮਾਤ ਦੇ ਵਿਦਿਆਰਥੀਆਂ ਦੇ ਹੱਥ ਵਿੱਚ ਇੱਕ ਖੇਡ ਆ ਜਾਂਦੀ। ਇੱਕਦਮ ਉੱਚੀ ਸਾਰੀ ਇਹ ਬੋਲ ਗੂੰਜਦਾ, ਬਾਬਾ ਚਾਟੀ, ਤੇ ਫਿਰ ਧਮਾਕੇ ਪੈਣੇ ਸ਼ੁਰੂ ਹੋ ਜਾਂਦੇ। ਸੁਣ ਕੇ ਬਾਬਾ ਚਾਟੀ ਵੀ ਕਦੋਂ ਉਧਾਰ ਰੱਖਣ ਵਾਲਾ ਸੀ। ਕਾਵ ਟੁਕੜੀ ਦੇ ਜਵਾਬਨ ਬੜੀ ਤੇਜ਼ ਹੇਕ ਨਾਲ, ਤੁਹਾਡੀ ਮਾਂ ਪਾਟੀ ਡੈਸ਼ ਡੈਸ਼। ਚੂੰਕਿ ਨਿਆਣੇ ਕੋਈ ਹਟਣ ਵਾਲੀ ਜਾਤ ਹੁੰਦੀ ਹੈ, ਉਹ ਹੋਰ ਚਿੜ ਕਰਦੇ। ਉੱਧਰ ਰੇਹੜੀਆਂ ਵਾਲੇ ਬਹੁਤ ਲਾਲਾ ਲਾਲਾ ਕਰਦੇ। ਪੇੜਾ, ਅਮਰੂਦ, ਠੰਡੀ ਠਾਰ ਕੁਲਫੀ, ਰਸਗੁੱਲੇ, ਜਾਮਨੂ, ਬਾਦਾਮ, ਮੂੰਗਫਲੀ ਤੇ ਪਤਾ ਨਹੀਂ ਆਪਣੇ ਸੌਦੇ ਨੂੰ ਵਡਿਆਉਂਦੇ ਕੀ ਯਤਨ ਕਰਦੇ। ਗ੍ਰਾਹਕ ਸਿਰਫ ਓਨੇ ਕੀ ਹੀ ਹੁੰਦੇ ਸਨ ਜਿਨ੍ਹਾਂ ਨੂੰ ਸਿਰਫ ਜੇਬ ਖਰਚਾ ਮਿਲਦਾ ਸੀ। ਬਾਕੀ ਸਭ ਭੁੱਖੇ ਢਿੱਡ ਬੱਦਲ ਵਾਂਗੂ ਗੱਜਦੇ। ਉਹ ਬਾਬਾ ਚਾਟੀ, ਉਹ ਬਾਬਾ ਚਾਟੀ। ਬਾਬਾ ਚਾਟੀ ਨੇ ਵੀ ਮਸ਼ੀਨ ਉੱਤੇ ਉਸੇ ਤਰ੍ਹਾਂ ਪਟਾ ਚਾੜਿਆ ਹੁੰਦਾ ਸੀ। ਤੁਰਿਆ ਜਾਂਦਾ, ਨਾਲੋਂ ਨਾਲ ਜਵਾਬ ਵੀ ਦਈ ਜਾਂਦਾ। ਸੜਕ 'ਤੇ ਦੱਖਣ ਵਾਲੇ ਪਾਸੇ ਵਸੋਂ ਵਾਲੇ ਘਰ ਸਨ। ਕਈ ਵਾਰ ਭੈਣਾਂ, ਮਾਈਆਂ, ਬੀਬੀਆਂ ਦਰਵਾਜ਼ਿਆਂ ਤੋਂ ਥੋੜ੍ਹੇ ਜਿਹੇ ਖੋਲ੍ਹ ਕੇ ਵਿਦਿਆਰਥੀਆਂ ਤੇ ਬਾਬੇ ਚਾਟੀ ਵਿਚਕਾਰ ਹੋ ਰਹੇ ਅਲਾਪ ਨੂੰ ਬੜੇ ਸਵਾਦ ਨਾਲ ਸਰਵਣ ਕਰਦੀਆਂ। 50 ਗਜ ਦਾ ਫਾਸਲਾ ਬਾਬਾ ਚਾਟੀ ਹੌਲੀ ਹੌਲੀ ਕਦਮਾਂ ਨਾਲ ਤੈਅ ਕਰਦਾ, ਪਰ ਆਪਣੇ ਜਵਾਬਾਂ ਦੀ ਬੁਛਾੜ ਬੜੀ ਤੁੰਦੀ ਨਾਲ ਕਰਦਾ। ਕਿਸੇ ਵੇਲੇ ਵਾਹਵਾ ਅੱਗੇ ਜਾ ਕੇ ਬਾਬਾ ਚੁੱਪ ਕਰ ਜਾਂਦਾ। ਮਨ ਚਲੇ ਵਿਦਿਆਰਥੀ ਬਾਬੇ ਵੱਲ ਪੱਥਰ ਨੂੰ ਇਸ ਤਰ੍ਹਾਂ ਸੁੱਟਦੇ, ਉਸ ਨੂੰ ਵੱਜੇ ਤਾਂ ਨਾ, ਪਰ ਸਾਡੇ ਵੱਲੋਂ ਕਿਹਾ ਬਾਬਾ ਚਾਟੀ ਨੂੰ ਉਹ ਉਧਾਰ ਵਿੱਚ ਨਾ ਰੱਖੇ, ਸਗੋਂ ਗੱਜ ਕੇ ਜਵਾਬ ਦੇਵੇ, ਤੇ ਫਿਰ ਬਾਬਾ ਵੀ ਲੱਗ ਪੈਂਦਾ। ਛੁੱਟੀ ਦੀ ਘੰਟੀ ਵੱਜਣ ਤੀਕ ਨਾ ਤਾਂ ਬਾਬਾ ਚਾਟੀ 50 ਗਜ ਦਾ ਫਾਸਲਾ ਤੈਅ ਕਰਦਾ ਤੇ ਨਾ ਨਿਆਣੇ ਗਲੋਂ ਲੈਂਦੇ। ਇਸ ਸਾਰੀ ਵਿਦਿਆਰਥੀ ਸੈਨਾ ਦਾ ਹੀਰੋ ਇੱਕ ਵਿਦਿਆਰਥੀ ਸਰਵਣ ਕੁਮਾਰ ਸੀ। ਇਹ ਦੋ ਭਰਾ ਸਨ। ਸੁਦਰਸ਼ਨ ਵੱਡਾ 9ਵੀਂ ਜਮਾਤ ਵਿੱਚ, ਸਰਵਣ ਸਾਡੇ ਨਾਲ 5ਵੀਂ ਜਮਾਤ ਵਿੱਚ ਸੀ। ਇਸ ਦਾ ਕੱਦ ਵੀ ਬਹੁਤ ਵੱਡਾ ਨਹੀਂ ਸੀ। ਅੱਖਾਂ ਬਿੱਲੀਆਂ, ਚਿਹਰੇ ਉੱਤੇ ਸਦਾ ਹੀ ਹਾਸਾ ਤੇ ਬਹੁਤ ਸਾਰੇ ਪੀਰੀਅਡ ਸ਼ਰਾਰਤਾਂ ਦੀ ਝੜੀ, ਕੁੱਟਮਾਰ ਬੜੇ ਸਿਦਕ ਸਬਰ ਨਾਲ ਚੱਲਦਾ। ਇੱਕ ਪੰਡਿਤ ਰਾਮ ਰਤਨ ਜਦ ਵੀ ਪੀਰੀਅਡ ਵਿੱਚ ਆਉਂਦਾ, ਬਗੈਰ ਕਿਸੇ ਗੱਲ ਤੋਂ ਇਸ ਨੂੰ 2 ਡੰਡੇ ਜੜ ਕੇ ਸਾਰਾ ਪੀਰੀਅਡ ਖੜਾ ਰੱਖਦੇ। ਸਰਵਣ ਵੀ ਕਦੀ ਨਾ ਰੋਇਆ ਤੇ ਨਾ ਕਦੀ ਗੁੱਸਾ ਗਿਲਾ ਜ਼ਾਹਰ ਕੀਤਾ। ਸਰਵਣ ਕੁਮਾਰ ਵੀ ਪੰਡਿਤ ਜੀ ਨੂੰ ਚੜਾਉਣ ਲਈ ਪੀਰੀਅਡ ਵਿੱਚ ਆਉਣ ਤੋਂ ਪਹਿਲਾਂ ਬੋਰਡ ਉੱਤੇ ਕੁਝ ਨਾ ਕੁਝ ਲਿਖ ਦਿੰਦਾ, ਜੋ ਕਿ ਪੰਡਿਤ ਜੀ ਲਈ ਜਰਨਾ ਔਖਾ ਹੋ ਜਾਂਦਾ। ਪੰਡਿਤ ਜੀ ਦਾ ਫਿਰ ਡੰਡਾ ਚੱਲ ਪੈਂਦਾ। ਡੰਡਿਆਂ ਦੀ ਤਾਂ ਸਰਵਣ ਨੂੰ ਵੀ ਪ੍ਰਵਾਹ ਕੋਈ ਨਹੀਂ ਸੀ। ਹਿੰਦੀ ਦੇ ਪੀਰੀਅਡ ਨੂੰ ਛੱਡ ਕੇ ਹੋਰ ਸਾਰੇ ਪੀਰੀਅਡਾਂ ਵਿੱਚ ਸਰਵਣ ਦੀ ਠੁੱਕ ਠੁਕਾਈ ਹੁੰਦੀ ਰਹਿੰਦੀ, ਪਰ ਸਰਵਣ ਕੁਮਾਰ ਲਈ 2 ਪਈਆਂ ਸੋ ਵਿਸਰ ਗਈਆਂ ਵਾਲੀ ਗੱਲ ਸੀ। ਬਿਲਕੁਲ ਬੇਪਰਵਾਹ। ਅੱਧੀ ਛੁੱਟੀ ਹੋਈ ਤੋਂ ਸਰਵਣ ਫਿਰ ਪੂਰੇ ਜੋਬਨ 'ਤੇ ਹੁੰਦਾ। ਬਾਬਾ ਚਾਟੀ ਤੇ ਸਰਵਣ 2 ਜੁੜਵੀਆਂ ਰੂਹਾਂ ਸਨ। ਸਰਵਣ ਜਦੋਂ ਉੱਚੀ ਲਲਕਾਰ ਕੇ ਖਾਸ ਤਰਜ ਵਿੱਚ ਕਹਿੰਦਾ ਕਿ ਬਾਬਾ ਚਾਟੀ, ਤੇ ਬਾਬੇ ਨੇ ਵੀ ਭਿਆਨਕ ਗੋਲਾ ਦਾਗਣਾ ਕਿ ਤੇਰੀ ਮਾਂ ਦੀ, ਅੱਗੇ ਡੈਸ਼। 2 ਕੁ ਸਕਿੰਟ ਲਈ ਸਨਾਟਾ ਛਾ ਜਾਣਾ। ਫਿਰ ਸਾਰਿਆਂ ਦੀ ਆਵਾਜ਼ ਵਿੱਚ ਬਾਬਾ ਚਾਟੀ ਦਾ ਨਾਅਰਾ ਲੱਗਣਾ ਤਾਂ ਸਰਵਣ ਦਾ ਬੋਲਾ ਵਾਕਈ ਹੀ ਹੁੰਦਾ ਸੀ। ਜਦੋਂ ਕਿਤੇ ਰਿਸੈਸ ਬੰਦ ਹੋ ਜਾਂਦੀ, ਵਿਦਿਆਰਥੀ ਕਲਾਸਾਂ ਵੱਲ ਮੋੜਾ ਪਾਉਂਦੇ, ਸਰਵਣ ਬਾਬੇ ਚਾਟੀ ਨਾਲ ਪਰਛਾਵੇਂ ਵਾਂਗ ਹੁੰਦਾ ਸੀ। ਇਕੱਲਾ ਹੀ ਇੱਕ ਝੰਡਾ ਚੁੱਕੀ ਜਾਂਦਾ ਤੇ ਭਾਈ ਰਤਨ ਸਿੰਘ ਦੇ ਘਰ ਤੋਂ ਪਿਛਾਂਹ ਨੂੰ ਮੁੜਦਾ। ਇੱਥੋਂ ਅੱਗੇ ਬਾਬਾ ਚਾਟੀ ਗਾਇਬ ਹੋ ਜਾਂਦਾ। ਸਰਵਣ ਦਾ ਭੌਂ ਕੇ ਕਲਾਸ ਵਿੱਚ 2 ਪਲ ਲੇਟ ਆਉਣਾ, ਡੰਡੇ ਨਾਲ ਸਵਾਗਤ ਹੋਣਾ ਹੁੰਦਾ ਸੀ। ਸਾਰੀ ਛੁੱਟੀ ਵੇਲੇ ਦੂਰ ਜਾਣ ਵਾਲਿਆਂ ਵਿਦਿਆਰਥੀਆਂ ਸਾਈਕਲ 'ਤੇ ਤੁਰ ਪੈਣਾ। ਪੈਦਲ ਜਾਣ ਵਾਲੇ ਵੀ ਕਾਹਲੇ ਹੁੰਦੇ ਤੇ ਸਿੱਟੇ ਵਜੋਂ ਅੱਧੀ ਛੁੱਟੀ ਵਾਲੀ ਭੀੜ ਨਾ ਰਹਿੰਦੀ। ਸਰਵਣ ਦੇ ਨਾਲ ਉਸਦੇ 2-4 ਸਾਥੀ ਮੈਦਾਨ ਸੰਭਾਲਦੇ
ਤੇ ਬਾਬਾ ਚਾਟੀ ਵੀ ਹਾਜ਼ਰ ਹੋ ਜਾਂਦਾ। ਉਹ ਦੋਵੇਂ ਸਮੇਂ ਅੱਧੀ ਛੁੱਟੀ ਤੇ ਸਾਰੀ ਛੁੱਟੀ ਵਾਲੇ ਖਾਲੀ ਨਹੀਂ ਸੀ ਜਾਣ ਦਿੰਦਾ। ਨੰਬਰ 3 ਨੂਨ ਪ੍ਰਚਲਿਤ ਨੂਨ। ਨੂਨ ਪੱਟੀ ਦੀ ਬੜੀ ਦਿਲ ਖਿੱਚਵੀਂ ਤੇ ਅਜੀਬੋ ਗਰੀਬ ਹਸਤੀ ਸੀ। ਕੱਦ ਦੇ ਹਿਸਾਬ ਨਾਲ 5 ਫੁੱਟ 8-9 ਇੰਚ ਉੱਚਾ ਤੇ ਤਕੜਾ ਮੋਟਾ ਤਾਜ਼ਾ। ਪਹਿਲੀ ਨਜ਼ਰੇ ਵੇਖਣ ਵਾਲੇ ਨੂੰ ਜਾਪਦਾ ਹੈ ਕਿ ਕੋਈ ਪਹਿਲਵਾਨ ਹੈ ਜਿਸ ਨੇ ਘੁਲਣਾ ਛੱਡਿਆ ਹੋਇਆ ਹੈ। ਰੰਗ ਵੀ ਗੰਦਮੀ ਕਣਕ ਰੰਗਾ। ਸਰੀਰਕ ਪੱਖ ਪਹਿਲਵਾਨਾਂ ਵਾਲਾ, ਖੂਬ ਮੋਟਾ ਤਾਜ਼ਾ, ਬਹੁਤੀ ਵਾਰ ਮੋਢਿਆਂ ਤੋਂ ਲੈ ਕੇ ਗਿੱਟਿਆਂ ਤੱਕ ਚੋਲਾ, ਕਦੀ ਕਦੀ ਚੋਲਿਆਂ ਬਿਨਾਂ ਮਰਦਾਨਾ ਗੁਪਤ ਅੰਗ ਕਿਸੇ ਲਪੇਟੇ ਕੱਪੜੇ ਨਾਲ ਲੁਕਾਏ ਹੋਏ, ਸਿਰੋਂ ਪੈਰੋਂ ਬਿਲਕੁਲ ਨੰਗਾ। ਹਾੜ ਸਿਆਲ ਬਸ ਨਗਦੋ ਨਗਦ, ਭਾਵੇਂ ਕਿੰਨੀ ਠੰਡ ਹੋਵੇ। ਉੱਤੇ ਭਾਰਾ ਲੀੜਾ ਜਾਂ ਪਾਟਾ ਪੁਰਾਣਾ ਕੰਬਲ ਨਹੀਂ ਸੀ ਹੁੰਦਾ। ਉਸਦੇ ਬੁੱਕਲ ਵੱਜੀ ਕਿਸੇ ਨੇ ਨਹੀਂ ਸੀ ਦੇਖੀ। 1943 ਵਿੱਚ ਜਦ ਪਹਿਲੀ ਵਾਰ ਵੇਖਿਆ, ਉਦੋਂ ਇਵੇਂ ਲੱਗਾ ਕਿ ਜਿਵੇਂ ਇਹ ਤਾਂ 31-32 ਸਾਲ ਤੋਂ ਵੱਧ ਨਹੀਂ। ਇਸ ਦੇ ਪੈਰੀਂ ਕਦੀ ਜੁੱਤੀ ਨਹੀਂ ਸੀ ਦੇਖੀ ਗਈ। ਸਿਰ ਵੀ ਹਮੇਸ਼ਾ ਨੰਗਾ ਰਹਿੰਦਾ। ਪੱਟੀ ਦਾ ਲੰਮ ਤਲੰਮ ਜੋ ਇੱਕੋ ਬਾਜ਼ਾਰ ਹੈ, ਇਹੋ ਹੀ ਇਸ ਦਾ ਵਤਨ ਵਲਾਇਤ ਸੀ। ਜਿਸ ਨੇ ਵੇਖਿਆ, ਤੁਰੇ ਫਿਰਦੇ ਜਾਂ ਖਲੋਤੇ ਨੂੰ ਵੇਖਿਆ। ਸ਼ਾਇਦ ਹੀ ਕਿਸੇ ਨੇ ਕਦੀ ਇਸ ਨੂੰ ਬੈਠਾ ਦੇਖਿਆ ਹੋਵੇ। ਇਹ ਗੂੰਗਾ ਬੋਲਾ ਨਹੀਂ ਸੀ, ਬੋਲਦਾ ਸੀ, ਪਰ ਐਵੇਂ ਕਿਸੇ ਨਾਲ ਗੱਲਾਂ ਵਿੱਚ ਨਹੀਂ ਸੀ ਪੈਂਦਾ। ਨਾ ਕਦੀ ਕਿਸੇ ਤੋਂ ਕੁਝ ਮੰਗਦਾ। ਰਹਿਮ ਤਰਸ ਵਜੋਂ ਕੋਈ ਪੈਸਾ ਟਕਾ ਦੇਣਾ ਚਾਹੇ, ਇਹ ਨਹੀਂ ਸੀ ਲੈਂਦਾ। ਹਾਂ, ਖਾਣ ਵਾਲੀ ਚੀਜ਼ ਕਦੀ ਕੋਈ ਦੇ ਦੇਵੇ ਲੈ ਲੈਂਦਾ ਤੇ ਖਾ ਵੀ ਲੈਂਦਾ। ਪੱਟੀ ਵਾਸੀਆਂ ਵਿੱਚੋਂ ਕੋਈ ਵੀ ਨਹੀਂ ਕਹਿ ਸਕਦਾ ਕਿ ਮੈਂ ਇਸ ਦਾ ਬਹਿਣ ਖਲੋਣ ਜਾਂ ਸੌਣ ਦਾ ਟਿਕਾਣਾ ਦੇਖਿਆ ਹੈ। ਕਿਸੇ ਦੇ ਦਰਵਾਜ਼ੇ ਅੱਗੇ ਜਾਂ ਅੰਦਰ ਲੰਘਦੇ ਜਾਂ ਬਾਹਰ ਨਿਕਲਦੇ ਨੂੰ ਕਦੇ ਨਹੀਂ ਦੇਖਿਆ ਸੀ। ਬਾਜ਼ਾਰ ਵਿੱਚ ਹੀ ਤੁਰਿਆ ਫਿਰਦਾ ਜਾਂ ਕਿਤੇ ਖਲੋਤਾ ਤਾਂ ਜ਼ਰੂਰ ਦਿਸ ਪੈਂਦਾ ਸੀ। ਚਿਹਰੇ ਵੱਲ ਵੇਖ ਕੇ ਸੰਭਵ ਹੈ ਕਿ ਆਮ ਵੇਖਣ ਵਾਲੇ ਆਦਮੀ ਇਸ ਨੂੰ ਮਜ਼ਹੂਲ, ਬੁੱਧੀਹੀਣ, ਪਾਗਲ ਜਾਂ ਗਲ ਹੀ ਪੈਣ ਵਾਲਾ, ਅਕਲੋਂ ਥਿੜਕਿਆ ਹੋਇਆ ਸਮਝਣ। ਪਰ ਇਹ ਗੱਲ ਨਹੀਂ ਸੀ। ਨੁੰਨ ਸਿਰਫ ਨੁੰਨ ਹੀ ਸੀ। ਜਦੋਂ ਦੂਰੋਂ ਗਿੱਟਿਆਂ ਤਾਈਂ ਪਾਇਆ ਗੰਦਾ ਮੰਦਾ ਚੋਲਾ ਤੇ ਨਿੱਕੀ ਛਿੱਡੀ ਦਾੜੀ ਜਿਸ ਨੂੰ ਪੱਟੀ ਦੇ ਹਜਾਮ ਵਧਣ ਨਹੀਂ ਸੀ ਦਿੰਦੇ, ਇਹ ਵੀ ਸੰਭਵ ਹੈ ਕਿ ਸਮੇਂ ਤੇ ਰੁੱਤ ਨਾਲ ਹੀ ਕਿਸੇ ਤਕਲੀਫ ਕਰਕੇ ਮੂੰਹ 'ਚੋਂ ਲਗਾਤਾਰ ਲਾਲਾਂ ਦਾ ਪ੍ਰਵਾਹ ਚੱਲ ਕੇ ਚੋਲੇ 'ਤੇ ਪੈਂਦਾ। ਤੁਰੇ ਆਉਂਦੇ ਨੂੰ ਵੇਖ ਕੇ ਲੋਕ ਰਸਤੇ ਤੋਂ ਪਾਸੇ ਹੋ ਜਾਂਦੇ। ਨਾ ਕੋਈ ਨੁੰਨ ਨੂੰ ਕਿਸੇ ਗੱਲ ਲਈ ਦਿਲੋਂ ਚਾਹ ਕੇ ਬੁਲਾਉਂਦਾ ਤੇ ਨਾ ਹੀ ਨੁੰਨ ਕਿਸੇ ਵੱਲ ਤਵੱਜੋ ਕਰਕੇ ਆਪ ਕਿਸੇ ਨੂੰ ਬੁਲਾਉਂਦਾ। ਪਾਕਿਸਤਾਨ ਬਣਨ ਤੋਂ ਪਹਿਲਾਂ ਪੱਟੀ ਦੇ ਲੋਕ, ਵਿਸ਼ੇਸ਼ ਤੌਰ ਉੱਤੇ ਜੈਨੀ ਵੀਰ, ਕਿਸੇ ਜਿੱਦੀ, ਸਰੀਰਕ ਤੌਰ 'ਤੇ ਲਿਬੜਿਆ ਤਿਬੜਿਆ, ਮੈਲੇ ਕੱਪੜੇ, ਅਲਪ ਬੁੱਧੀ ਵਾਲੇ ਨੂੰ ਨੁੰਨ ਕਹਿੰਦੇ ਤੇ ਨੁੰਨ ਕਹਿ ਕਹਿ ਕੇ ਚੜਾਉਂਦੇ ਸਨ। ਇੱਥੋਂ ਸਾਰੀ ਆਬਾਦੀ ਹੀ ਆਪਣੇ ਇਹੋ ਜਿਹੇ ਬੱਚਿਆਂ ਨੂੰ ਕਿਤੇ ਕਿਤੇ ਨੁੰਨ ਆਖ ਕੇ ਚੜਾ ਕੇ ਚੰਗੇ ਰਾਹ ਪਾਉਣ ਦਾ ਯਤਨ ਕਰਦੀ। ਜਦੋਂ ਕਿਤੇ ਕੋਈ ਆਪਣੇ ਬੱਚੇ ਨੂੰ ਨੁੰਨ ਆਖਦਾ, ਲਾਗੇ ਸੁਣਨ ਦੇਖਣ ਵਾਲਾ ਬੜਾ ਖੁਸ਼ ਹੁੰਦਾ ਹੈ। ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਦੂਜੀ ਵਾਰ ਉਸ ਨੂੰ ਕੋਈ ਨੁੰਨ ਨਾ ਆਖੇ। ਕਿਹਾ ਨਹੀਂ ਜਾ ਸਕਦਾ ਕਿ ਨੁੰਨ ਇਸ ਵੇਲੇ ਦੁਨੀਆ ਉੱਤੇ ਹੈ ਜਾਂ ਨਹੀਂ, ਪਰ ਪੱਟੀ ਦੇ ਵਾਤਾਵਰਨ ਵਿੱਚ ਇਹ ਸ਼ਬਦ ਜਿਉਂਦਾ ਹੈ। ਹੁਣ ਵੀ ਬਹੁਤ ਸਾਰੇ ਨੌਜਵਾਨ ਕਿਸੇ ਅੜੀਅਲ ਜਾਂ ਜ਼ਿੱਦੀ ਸੁਭਾਅ ਵਾਲੇ ਆਪਣੇ ਭਰਾ ਜਾਂ ਦੋਸਤ ਨੂੰ ਨੁੰਨ ਕਹਿ ਲੈਂਦੇ ਹਨ। ਜਿਵੇਂ, ਜਾਂ ਪਰੇ ਮਰ ਨੁੰਨ, ਤੂੰ ਤਾਂ ਨਿਰਾ ਨੁੰਨ ਹੀ ਆ, ਨੁੰਨ ਓਏ ਨੁੰਨ, ਐਵੇਂ ਕਹਿੰਦੇ ਰਹਿੰਦੇ। ਜਾਂ ਬੱਲੇ ਓਏ, ਤੂੰ ਤਾਂ ਨਿਰਾ ਨੁੰਨ ਆ। ਕਿਤੇ ਕਿਤੇ ਇਹ ਰਿਸ਼ਮ ਲਿਸ਼ਕ ਸੁਣਨ ਵਿੱਚ ਆ ਜਾਂਦੀ ਹੈ। ਵੰਡ ਦਾ ਐਲਾਨ ਹੋਇਆ। ਮੁਸਲਮਾਨ ਆਬਾਦੀ ਪਾਕਿਸਤਾਨ ਵੱਲ ਤੁਰ ਪਈ। ਨੁੰਨ ਨੂੰ ਕਿਸੇ ਨਾਲ ਖੜਿਆ ਜਾਂ ਉਹ ਕਿਸ ਤਰ੍ਹਾਂ ਗਿਆ ਹੈ, ਪੱਟੀ ਵਿੱਚ ਉਸ ਦੀ ਗੈਰ ਹਾਜ਼ਰੀ ਤੋਂ ਪਤਾ ਲੱਗਾ ਕਿ ਨੁੰਨ ਪਾਕਿਸਤਾਨ ਚਲਿਆ ਗਿਆ ਹੈ। ਪਾਕਿਸਤਾਨ ਦੀ ਫਿਜ਼ਾ ਨੁੰਨ ਨੂੰ ਰਾਸ ਨਾ ਆਈ। ਕਿਵੇਂ ਤੇ ਕਿਸ ਤਰ੍ਹਾਂ ਨੁੰਨ ਭੌਂ ਕੇ ਪੱਟੀ ਆ ਗਿਆ ਤੇ ਨੁੰਨ ਬਾਜ਼ਾਰ ਵਿੱਚ ਉਸੇ ਤਰ੍ਹਾਂ ਵਿਚਰਨ ਲੱਗਾ। ਨੁੰਨ ਨੂੰ ਸੁਣਿਆ ਦੇਖਿਆ ਤਾਂ ਬਹੁਤਿਆਂ ਨੇ ਹੈ, ਪਰ ਉਸਦੇ ਬਾਰੇ ਸਭ ਕੁਝ ਤੇ ਆਖਰੀ ਸਮੇਂ ਬਾਰੇ ਕਿਸ ਨੂੰ ਕੋਈ ਪਤਾ ਨਹੀਂ। ਨੁੰਨ ਦਾ ਆਖਰੀ ਸਮਾਂ ਕਿਵੇਂ ਬੀਤਿਆ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ, ਪਰ ਨੁੰਨ ਦਾ ਨਾਂ ਅੱਜ ਵੀ ਜ਼ਿੰਦਾ ਹੈ। ਨੰਬਰ 4 ਹਾਜੀ ਲੱਕ ਲੱਕ। ਇਹ ਛੋਟੇ ਜਿਹੇ ਪਤਲੇ ਪਤੰਗ ਸਰੀਰ ਵਾਲਾ ਹਾਸ ਰਸ ਦਾ ਕਮਾਲ ਕਵੀ ਬੇਈਮਾਨੀ, ਧੱਕੇਸ਼ਾਹੀ, ਜਬਰ, ਸਿਤਮ, ਗੈਰ ਮੁਸਲਮਾਨਾਂ ਨਾਲ ਘਿਰਨਾ ਦਾ ਸਵਾਲ ਹੀ ਪੈਦਾ ਨਹੀਂ ਸੀ। ਸਗੋਂ ਇਹਨਾਂ ਨਾਲ ਇੱਕ ਮਿਕਤਾ ਅਣਪੱਤ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਸੀ। ਜੇ ਕਿਸੇ ਸੋਗਮਈ ਸਭਾ ਵਿੱਚ ਵੀ ਜਾਂਦਾ,
ਉੱਥੇ ਉਹੋ ਜਿਹਾ ਬਣ ਜਾਂਦਾ। ਹਾਜ਼ਰ ਲੋਕਾਂ ਵਿੱਚ ਇੱਕ ਨਿਰਾਲੀ ਜਿਹੀ ਚਮਕ ਪੈਦਾ ਹੋ ਜਾਂਦੀ। ਕੁਝ ਚੋਣਵੇਂ ਸ਼ਬਦਾਂ ਵਿੱਚ ਹੀ ਦਿਲਾਸਾ ਪੁਰਸਾ ਕਹਿ ਕੇ ਉੱਠ ਆਉਂਦਾ। ਜਿੰਨਾ ਚਿਰ ਬੈਠਾ ਰਹਿੰਦਾ ਸਭ ਖਾਮੋਸ਼ ਰਹਿੰਦੇ। ਪਤਾ ਨਹੀਂ ਕੀ ਡਰ ਸੀ, ਕਦੀ ਵੀ ਕੋਈ ਗੱਲਬਾਤ ਦੀ ਜੁਰਤ ਨਾ ਕਰਦਾ। ਹਾਜੀ ਲੱਖ ਲੱਖ ਨਾਮ ਲੈਂਦਿਆਂ ਧਿਆਨ ਕਈ ਸੌ ਸਾਲ ਪਿਛਾਂਹ ਨੂੰ ਚਲਿਆ ਜਾਂਦਾ ਹੈ। ਲੱਖ ਲੱਖ ਇੱਕ ਛੋਟੇ ਜਿਹੇ ਪਰਿੰਦੇ ਅਬਾਬੀਲ ਨੂੰ ਕਹਿੰਦੇ ਹਨ। ਲੁਗਾਤੇ ਫਿਰੋਜ਼ੀ ਦੇ ਸਫ਼ਾ 491 ਦੇ ਉੱਤੇ ਅਬਾਬੀਲ ਵਿਤਵਾਤ ਲਿਖਿਆ ਹੈ। ਵਿਤਵਾਤ ਤਖੱਲਸ ਹੈ ਫਾਰਸੀ ਦੇ ਇੱਕ ਮਸ਼ਹੂਰ ਸ਼ਾਇਰ ਦਾ, ਜਿਸ ਬਾਰੇ ਲੁਗਾਤ ਵਿੱਚ ਦਰਜ ਹੈ ਰਸ਼ੀਦੋਦੀਨ ਮੁਹੰਮਦ ਬਿਨ ਅਬਦਲ ਮਲਕ। ਇਹ ਫਾਰਸੀ ਦਾ ਸ਼ਾਇਰ ਇੱਕ ਫਾਰਸੇ ਬਾਦਸ਼ਾਹ ਦਾ ਦਰਬਾਰੀ ਕਵੀ ਸੀ। ਕਿਸੇ ਗੁਆਂਢੀ ਬਾਦਸ਼ਾਹ ਨਾਲ ਖੜਕ ਪਈ ਤੇ ਉਸਨੇ ਇਸ ਨੂੰ ਘੇਰਾ ਪਾ ਲਿਆ। ਇਹ ਕਵੀ ਵਿਤਵਾਤ ਘੇਰਾ ਪਾਈ ਬੈਠੇ ਬਾਦਸ਼ਾਹ ਨੂੰ ਕਈ ਟਿੱਚਰ ਮਖੌਲ ਉਸਦਾ ਨਾਂ ਲੈ ਲੈ ਕੇ ਸ਼ੇਰ ਲਿਖਦਾ ਤੇ ਤੀਰਾਂ ਨਾਲ ਬੰਨ੍ਹ ਕੇ ਕਿਲ੍ਹੇ ਉੱਪਰੋਂ ਉਸ ਦੀ ਫੌਜ ਵੱਲ ਸੁੱਟ ਦਿੰਦਾ। ਬਾਦਸ਼ਾਹ ਪੜ੍ਹ ਕੇ ਬੜਾ ਤਪਦਾ, ਦੰਦ ਪੀਸ ਕੇ ਕਹਿੰਦਾ, ਜੇ ਹੱਥ ਆ ਗਿਆ ਮੈਂ ਇਸ ਨੂੰ ਨਿੱਕਾ ਨਿੱਕਾ ਕਰ ਦਿਆਂਗਾ। ਭਾਣਾ ਰੱਬ ਦਾ ਬਾਹਰਲਾ ਬਾਦਸ਼ਾਹ ਜਿੱਤ ਗਿਆ ਤੇ ਰਸ਼ੀਦ ਵਿਤਵਾਤ ਕਾਬੂ ਆ ਗਿਆ। ਬਾਦਸ਼ਾਹ ਦੇ ਗੁੱਸੇ ਨੂੰ ਮਹਿਸੂਸ ਕਰਦੇ ਹੋਏ ਲੋਕ ਸਮਝਦੇ ਸਨ ਕਿ ਇਸ ਦੇ ਹੁਣ ਪੁਰਜੇ ਉੱਡਣਗੇ। ਬਾਦਸ਼ਾਹ ਨੇ ਇਸ ਦਾ ਕੀਮਾ ਕਰ ਦੇਣਾ ਹੈ। ਬਾਦਸ਼ਾਹ ਨੇ ਉਸ ਕਵੀ ਨੂੰ ਪੁੱਛਿਆ, ਤੈਨੂੰ ਕਿਸ ਮੌਤ ਮਾਰਿਆ ਜਾਵੇ? ਵਿਤਵਾਤ ਨੇ ਸਿਰ ਝੁਕਾ ਕੇ ਕਿਹਾ, ਹਜ਼ੂਰ, ਮੈਨੂੰ ਮੇਰੀ ਕੁਦਰਤੀ ਮੌਤ ਹੀ ਮਰਨ ਦਿੱਤਾ ਜਾਵੇ। ਬਾਦਸ਼ਾਹ, ਤੇਰੇ ਕਿੰਨੇ ਟੋਟੇ ਕੀਤੇ ਜਾਣ? ਵਿਤਵਾਤ, ਹਜ਼ੂਰ, ਇੱਕ ਟੋਟਾ ਹੀ ਰਹਿਣ ਦਿੱਤਾ ਜਾਵੇ। ਬਾਦਸ਼ਾਹ ਹੱਸ ਪਿਆ ਤੇ ਵਿਤਵਾਤ ਦੀ ਜਾਨ ਬਖਸ਼ੀ ਗਈ। ਜਦ ਵੀ ਕਦੀ ਹਾਜੀ ਲੱਖ ਲੱਖ ਨੂੰ ਯਾਦ ਕਰੀਦਾ ਹੈ, ਰਸ਼ੀਦ ਵਿਤਵਾਤ ਦੀ ਦਾਸਤਾਨ ਅੱਖਾਂ ਸਾਹਮਣੇ ਫਿਰ ਜਾਂਦੀ ਹੈ। ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਹਾਜੀ ਲੱਖ ਲੱਖ ਲਾਹੌਰ ਚਲਿਆ ਗਿਆ। ਜਦ ਪਾਕਿਸਤਾਨ ਬਣਿਆ ਤਾਂ ਉਹ ਲਾਹੌਰ ਹੀ ਸੀ। ਨੰਬਰ 5, ਜੱਟ ਸਰਦਾਰਾਂ ਦੀ ਰੀਝ ਅਤੇ ਤਮੰਨਾ। ਪੱਟੀ ਰੇਲਵੇ ਸਟੇਸ਼ਨ ਤੋਂ ਲਹਿੰਦੇ ਤੋਂ ਮਾਮੂਲੀ ਜਿਹਾ ਦੱਖਣ ਵੱਲ ਮੂੰਹ ਕਰਕੇ ਦੇਖੀਦਾ ਹੈ ਤਾਂ ਪੱਟੀ ਜੇਲ੍ਹ ਦੀ ਇਮਾਰਤ ਬਣੀ ਹੋਈ ਹੈ। ਵਿਚਕਾਰ ਦੀ ਲੰਘਣ ਵਾਲੀ ਸੜਕ ਦੇ ਬਰਾਬਰ ਦੂਜੇ ਕੰਢੇ ਪੱਟੀ ਕਚਹਿਰੀਆਂ ਦੀ ਇਮਾਰਤ ਹੈ। ਇਹ ਦੋਵੇਂ ਆਮੋ ਸਾਹਮਣੇ ਹਨ। ਜੇਲ੍ਹ ਬਣੀ ਨੂੰ ਅਜੇ ਥੋੜ੍ਹਾ ਹੀ ਚਿਰ ਹੋਇਆ ਸੀ। ਮੇਰੇ ਵਾਲਿਦ ਹਜ਼ੂਰ ਸਰਦਾਰ ਅਰਜਨ ਸਿੰਘ ਚੂਸਲੇਵੜ ਨੇ ਪੱਟੀ ਤੋਂ ਟ੍ਰੇਨ ਰਾਹੀਂ ਅੰਮ੍ਰਿਤਸਰ ਜਾਣਾ ਸੀ। ਖੇਮ ਕਰਨ ਵਾਲੇ ਪਾਸਿਓਂ ਗੱਡੀ ਆ ਕੇ ਖੜੀ ਹੋ ਗਈ। ਵਾਲਿਦ ਸਾਹਿਬ ਰੇਲ ਡੱਬੇ ਦੇ ਅੰਦਰ ਗਏ। ਖੇਮ ਕਰਨ ਦੇ ਲਾਗੇ ਕਿਸੇ ਪਿੰਡੋਂ 50-50 ਦੇ ਫੇਰ ਵਿੱਚ ਦੋ ਜੱਟ ਸਰਦਾਰ ਬੈਠੇ ਸਨ। ਬੈਠੇ ਵੀ ਉਹ ਵਿਚਕਾਰ ਲੰਬੇ ਰੁੱਖ ਦੀ ਸੀਟ ਉੱਤੇ ਸਨ ਅਤੇ ਮੂੰਹ ਪੱਛਮ ਵੱਲ ਸੀ। ਲਾਗੇ ਖਾਲੀ ਥਾਂ ਦੇ ਕੇ ਫਤਿਹ ਬੁਲਾ ਕੇ ਵਾਲਿਦ ਸਾਹਿਬ ਬੈਠ ਗਏ। ਇੰਜਣ ਪਾਣੀ ਲੈਣ ਗਿਆ ਸੀ। 5-6 ਮਿੰਟ ਲੱਗ ਜਾਣੇ ਸਨ। ਗੱਲ ਕਰਦਿਆਂ ਇੱਕ ਨੇ ਪੁੱਛਿਆ, ਮੱਖਣ ਸਿਆਂ, ਆਹ ਕੀ ਬਣ ਰਿਹਾ ਹੈ? ਤੈਨੂੰ ਨਹੀਂ ਪਤਾ ਇਹ ਜੇਲ੍ਹ ਬਣੀ ਹੈ? ਝੰਡਾ ਸਿੰਘ ਬੋਲਿਆ। ਲੈ ਬਾਈ, ਆਹ ਰੰਗ ਲੱਗ ਗਿਆ ਈ, ਜੇਲ੍ਹ ਬਣ ਗਈ ਹੈ। ਪਹਿਲਾਂ ਤਾਂ ਮੁਲਾਕਾਤ ਕਰਨ ਲਈ ਮੂੰਹ ਹਨੇਰੇ ਉੱਠ ਕੇ ਖੇਮ ਕਰਨ ਤੋਂ ਗੱਡੀ ਫੜੀ ਦੀ ਸੀ ਤੇ ਫਿਰ 9 ਵਜੇ ਤੱਕ ਜੇਲ੍ਹ ਦੇ ਬੂਹੇ ਜਾਈਦਾ ਸੀ। ਹੁਣ ਤਾਂ ਜੱਬ ਮੁੱਕਾ, ਸਭ ਕੁਝ ਪੱਟੀ ਹੋ ਜਾਇਆ ਕਰੇਗਾ। ਦੂਜੇ ਨੇ ਆਖਿਆ, ਨਹੀਂ, ਅਜੇ ਅੱਧਾ ਹੀ ਸੌਰਿਆ ਏ। ਜੇ ਕਿਤੇ ਮਲਾਜੇ ਵਾਲਾ ਜੁਗਾੜ ਵੀ ਬਣ ਜਾਵੇ ਫਿਰ ਤਾਂ ਕਹਿਣਾ ਹੀ ਕਿ ਧੰਨ ਹੋ ਜਾਵੇ। ਮਲਾਜ਼ਾ ਪੇਂਡੂ ਜੱਟ ਪੋਸਟਮਾਰਟਮ ਐਗਜ਼ੈਮੀਨੇਸ਼ਨ ਨੂੰ ਮਲਾਜ਼ਾ ਕਹਿੰਦੇ ਹਨ। ਪਹਿਲੀਆਂ ਵਿੱਚ ਕਤਲ ਹੋਏ ਜਾਂ ਖੁਦਕੁਸ਼ੀ ਕਰਨ ਵਾਲੇ ਜਾਂ ਜਿਸ ਦੀ ਮੌਤ ਸ਼ੱਕੀ ਹੋਵੇ ਉਸ ਦਾ ਪੋਸਟਮਾਰਟਮ ਅੰਮ੍ਰਿਤਸਰ ਹੁੰਦਾ ਸੀ ਤੇ ਫਿਰ ਕੁਝ ਸਾਲਾਂ ਬਾਅਦ ਤਰਨਤਾਰਨ ਸ਼ਹੀਦਾਂ ਦੇ ਫਾਟਕ ਦੇ ਸਾਹਮਣੇ ਨਾਲੇ ਦੇ ਕੰਢੇ ਇੱਕ ਕੋਠਾ ਬਣਾ ਕੇ ਜੇ ਕੋਈ ਲਾਸ਼ ਆਉਂਦੀ ਤਾਂ ਮਲਾਜ਼ਾ ਇੱਥੇ ਹੁੰਦਾ ਸੀ। ਜਦੋਂ ਲਾਸ਼ ਨੂੰ ਗੱਡੇ ਉੱਤੇ ਲੱਦ ਕੇ ਅੰਮ੍ਰਿਤਸਰ ਲਿਜਾਂਦੇ ਤਾਂ ਕੀ ਹਾਲ ਹੁੰਦਾ ਹੋਵੇਗਾ ਬੰਦਿਆਂ ਤੇ ਬਲਦਾਂ ਦਾ। ਤੇ ਫਿਰ ਵਾਪਸੀ। ਹੁਣ ਤਾਂ ਮਲਾਜ਼ੇ ਵੀ ਪੱਟੀ ਹੋਣ ਲੱਗ ਪਏ ਨੇ। ਫਿਰ ਤਾਂ ਸੱਤੇ ਹੀ ਖੈਰਾਂ ਹੋ ਗਈਆਂ ਨੇ। ਜੱਟ ਬਾਬਿਆਂ ਨੇ ਆਪਣੀ ਦਿਲੀ ਇੱਛਾ ਜ਼ਾਹਰ ਕਰ ਦਿੱਤੀ ਹੈ। ਕੋਈ ਕਾਲਜ, ਹਸਪਤਾਲ ਜਾਂ ਰਾਹਾਂ ਸੜਕਾਂ ਦਾ ਉੱਤੇ ਚੱਲਣ ਵਾਲੀਆਂ ਮੋਟਰ ਗੱਡੀਆਂ ਦਾ ਧਿਆਨ ਨਹੀਂ ਕੀਤਾ। ਜੱਟ ਤਾਂ ਦੋ ਹੀ ਗੱਲਾਂ ਵਿੱਚ ਖੁਸ਼ ਹੈ, ਥਾਣੇ ਗਿਆ ਨੂੰ ਕੋਈ ਬੁਰਾ ਭਲਾ ਨਾ ਬੋਲੇ, ਜ਼ਮਾਨਤ ਹੋ ਜਾਵੇ ਜਾਂ ਪੈਲੀ ਦਾ ਇੰਤਕਾਲ। ਥਾਣੇ ਦੇ ਸਿਪਾਹੀ ਜਾਂ ਮਹਿਕਮਾ ਮਾਲ ਦੇ ਪਟਵਾਰੀ ਨੂੰ ਅਫਸਰ ਸਮਝ ਕੇ ਮਾਣ ਸਤਿਕਾਰ ਦਿੰਦਾ ਹੈ। ਬਾਕੀ ਮਹਿਕਮਿਆਂ ਨੂੰ ਤਾਂ ਬਸ ਕੀੜੀ ਕਾਢਾ ਹੀ ਸਮਝਦਾ ਹੈ। ਡਾਕਟਰਾਂ ਦਾ ਸਤਿਕਾਰ ਜ਼ਰੂਰ ਹੈ। ਨੰਬਰ 6,
ਕਬਰਸਤਾਨ ਤੇ ਈਦਗਾਹਾਂ। ਪੱਟੀ ਵਿੱਚ 2 ਕਬਰਸਤਾਨ ਸਨ। ਇੱਕ ਛੋਟਾ ਜਿਹਾ ਕਬਰਸਤਾਨ ਸੀ ਜਿੱਥੇ ਸੋਹਣ ਲਾਲ ਪਾਠਕ ਦਾ ਬੁੱਤ ਲੱਗਾ ਹੈ। ਇੱਕ ਕਬਰਸਤਾਨ ਬਹੁਤ ਵੱਡਾ ਲਾਹੌਰ ਰੋਡ ਤੇ ਸ਼ਹੀਦ ਦਾ ਬੁੱਤ ਵਾਲੇ ਚੁਰਾਹੇ ਵਿੱਚ, ਜੋ ਖੇਮਕਰਨ ਤੋਂ ਸੜਕ ਜਾਂਦੀ ਹੈ ਨਿਹੰਗ ਸਿੰਘਾਂ ਦੀ ਛਾਉਣੀ ਤੱਕ। ਇੱਥੋਂ ਛਾਉਣੀ ਤੋਂ ਪੂਰਬ ਵੱਲ ਨੂੰ ਕਈ ਏਕੜਾਂ ਵਿੱਚ ਕਿੱਕਰ ਕਰੀਰ, ਕੋਈ ਟਾਹਲੀ ਦਾ ਰੁੱਖ, ਇਹ ਸਾਰਾ ਕਬਰਸਤਾਨ ਸੀ। ਇਸ ਦੇ ਹੀ ਪੂਰਬੀ ਕੰਢੇ ਉੱਤੇ ਬੜੀ ਵੱਡੀ ਈਦਗਾਹ ਹੈ। ਵੰਡ ਤੋਂ ਪਿੱਛੋਂ ਜਦ ਮੁਸਲਮਾਨ ਨਾ ਰਹੇ, ਇਹ ਕਬਰਸਤਾਨ ਤੇ ਈਦਗਾਹ ਇਸਤੇਮਾਲ ਰਹਿਤ ਹੋ ਗਏ। ਬਾਬਾ ਸੋਹਣ ਸਿੰਘ ਦਲ ਬਿਧੀ ਚੰਦ ਵਾਲਿਆਂ ਇਹ ਸਾਰਾ ਥਾਂ ਲੀਜ਼ ਤੇ ਲੈ ਲਿਆ। ਸ਼ਹਿਰ ਦੇ ਹਿੰਦੂ ਮੁੰਡਿਆਂ, ਜਿਨ੍ਹਾਂ ਦੇ ਦਿਮਾਗ ਵਿੱਚ ਖੇਡ ਦੇ ਨਾਲ ਹਿੰਦੂਤਵ ਦੀ ਖੇਡ ਵੀ ਸਮਾਈ ਹੋਈ ਸੀ, ਬਾਬਾ ਜੀ ਨੂੰ ਮਿੰਨਤ ਕਰਕੇ ਈਦਗਾਹ ਵਿਖੇ ਕ੍ਰਿਕਟ ਖੇਡਣ ਦੀ ਆਗਿਆ ਲੈ ਲਈ। ਕੁਝ ਚਿਰ ਬਾਅਦ ਤਾਂ ਇਹਨਾਂ ਹਿੰਦੂਤਵੀ ਸ਼ੋਕਰਿਆਂ ਨੇ ਕਬਜ਼ਾ ਹੀ ਜਮਾ ਲੈਣ ਵਾਲੀ ਗੱਲ ਕੀਤੀ। ਇੱਕ ਦਿਨ ਜਦ ਖੇਡਣ ਵੇਲੇ ਆਏ ਤਾਂ ਉੱਥੇ 2 ਸਨੱਦਬੱਧ ਨੇਜ਼ਾ ਬਰਦਾਰ ਨਿਹੰਗ ਸਿੰਘਾਂ ਨੂੰ ਵੇਖਿਆ, ਜਿਨ੍ਹਾਂ ਦੇ ਚਿਹਰਿਆਂ ਦੇ ਹਾਵ ਭਾਵ ਨੂੰ ਵੇਖ ਕੇ ਬੱਲੇ, ਗੇਂਦ ਤੇ ਵਿਕਟਾਂ ਸਮੇਤ ਇਹਨਾਂ ਖਿਡਾਰੀਆਂ ਨੇ ਘਰ ਦਾ ਰਾਹ ਲਿਆ। ਤੋਂ ਪਿੱਛੋਂ ਈਦਗਾਹ ਵੱਲ ਨਾ ਕਿਸੇ ਵੇਖਿਆ, ਨਾ ਲਾਗੇ ਆਉਣ ਦੀ ਜੁਰਤ ਕੀਤੀ। ਅੱਜ ਇਹ ਸਾਰਾ ਕਬਰਸਤਾਨ ਨਿਹੰਗ ਸਿੰਘ ਬਿਧੀ ਚੰਦੀਆਂ ਦੇ ਕਬਜ਼ੇ ਵਿੱਚ ਹੈ। ਸੜਕ ਦੇ ਨਾਲ ITI ਤੱਕ ਦੁਕਾਨਾਂ ਬਣਾ ਦਿੱਤੀਆਂ ਹਨ। ਹੁਣ ਇਸ ਛਾਉਣੀ ਵਾਲੀ ਥਾਂ ਬੜਾ ਵੱਡਾ ਗੇਟ ਵੀ ਬਣਾ ਦਿੱਤਾ ਹੈ। 47 ਤੋਂ ਪਹਿਲਾਂ ਕਬਰਸਤਾਨ ਦੇ ਦੱਖਣ ਵਾਲੀ ਬਾਹੀ ਨਿਹੰਗ ਸਿੰਘਾਂ ਦੀ ਛਾਉਣੀ ਨੂੰ ਛੱਡ ਕੇ ITI ਤੇ ਮੱਖੀ ਵਾਲੇ ਸ਼ਰਮਾ ਜੀ ਦੇ ਘਰ, ਪੈਟਰੋਲ ਪੰਪ, ਸ਼ੈਲਰ। ਇਸ ਤਰ੍ਹਾਂ ਹੀ ਸੜਕ ਦੇ ਦੂਜੇ ਪਾਸੇ ਖੇਤਾਂ ਵਿੱਚ ਬੜੀ ਲੰਬੀ ਚੌੜੀ ਖੁਰਲੀ ਹੁੰਦੀ ਸੀ, ਜਿਸ ਵਿੱਚ ਮਸ਼ਕਾਂ ਨਾਲ ਪਾਣੀ ਪਾਇਆ ਜਾਂਦਾ ਸੀ। ਮੰਡੀ ਦੇ ਆਏ ਪਸ਼ੂ ਇਸ ਵਿੱਚੋਂ ਪਾਣੀ ਪੀਂਦੇ। ਇਹ ਮੰਡੀ ਹਰ ਮਹੀਨੇ ਲੱਗਦੀ ਸੀ। ਲਾਹੌਰ ਤੋਂ ਬੁੱਚੜ ਆਉਂਦੇ, ਵੱਛੇ ਕੱਟੇ ਜਾਂ ਫੰਡਰ ਮੱਝਾਂ ਗਾਈਆਂ ਭਾਅ ਘੁਪਾ ਕਰਕੇ ਲਾਹੌਰ ਵੱਲ ਲੈ ਤੁਰਦੇ ਤੇ ਸਾਰੇ ਉੱਥੇ ਜਾ ਕੇ ਵੱਢੇ ਜਾਂਦੇ। ਨੰਬਰ 7, ਅਹਿਮਦ ਸ਼ਾਹ ਅਬਦਾਲੀ। ਪੱਟੀ ਦਾ ਪਿਛੋਕੜ ਇਹ ਵੀ ਦੱਸਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਪੱਟੀ ਦੇ ਆਲੇ ਦੁਆਲੇ ਸ਼ਿਕਾਰ ਖੇਡਦਾ ਫਿਰਦਾ ਸੀ। ਜਦੋਂ ਉਸ ਨੂੰ ਖਬਰ ਮਿਲੀ ਕਿ ਸਿੰਘ ਜੰਡਿਆਲਾ ਗੁਰੂ ਵਿੱਚ ਹਨ, ਦਰਿਆ ਸਤਲੁਜ ਟੱਪ ਕੇ ਕੋਪਰ ਹੀੜੇ ਤੇ ਪਿੰਡ ਗੁਰਮੇ ਵਾਲੇ ਪਾਸੇ ਬੜੀ ਭਾਰੀ ਗਿਣਤੀ ਵਿੱਚ ਇਕੱਠੇ ਹੋ ਰਹੇ ਹਨ, ਅਬਦਾਲੀ ਬੜੀ ਫੁਰਤੀ ਨਾਲ ਚੜ੍ਹਿਆ ਤੇ ਫਿਰ ਉੱਥੋਂ ਭਾਰੀ ਫੌਜ ਲੈ ਕੇ ਜੰਡਿਆਲੇ ਜਾ ਉਤਰਿਆ। ਹੰਧਾਲੀਆਂ ਨੇ ਖਾਣ ਨੂੰ ਕੁਝ ਵਹਿੜਾਂ ਵੱਛੇ ਦਿੱਤੇ ਤੇ ਇਹ ਵੀ ਸੁਣੀਦਾ ਹੈ ਕਿ ਸਿੱਖਾਂ ਨੂੰ ਨੇਸ ਤੋਂ ਨਬੂਦ ਕਰਨ ਲਈ ਦੇਗ ਭਰ ਰੁਪਈਆਂ ਦੀ ਵੀ ਦਿੱਤੀ। ਅਬਦਾਲੀ ਇੱਥੋਂ ਛੂਟ ਮਾਰਦਾ ਹੈ। 4 ਫਰਵਰੀ 1762 ਈਸਵੀ ਨੂਰ ਮਹਿਲ ਦੀ ਸਰਾਂ ਵਿੱਚ ਰਾਤ ਗੁਜ਼ਾਰਦਾ ਹੈ। ਇੱਥੋਂ ਕਾਫੀ ਸਵਖਤੇ ਉੱਠ ਕੇ ਤਲਬਣ ਪਿੰਡੋਂ ਮੂੰਹ ਹਨੇਰੇ ਹੀ ਸਤਲੁਜ ਪੱਤਣ ਲੰਘ ਜਾਂਦਾ ਹੈ। ਹੁਣ ਇਹ ਵਾਹੋਦਾਹੀ ਸਿੰਘਾਂ ਦੇ ਇਕੱਠ ਕੋਪਰ ਹੀੜੇ ਵੱਲ ਨੂੰ ਆਉਂਦਾ ਹੈ ਤੇ ਸੂਰਜ ਦੀ ਟਿੱਕੀ ਨੇ ਸਿੰਘਾਂ ਨੂੰ ਇਸ ਦੇ ਕਜਲ ਬਾਸ਼ਾਂ ਦੀਆਂ ਲਾਲ ਟੋਪੀਆਂ ਨੇ ਮਾੜੇ ਜਿਹੇ ਚਾਨਣੇ ਵਿੱਚ ਵੇਖਿਆ ਤੇ ਸਮਝਿਆ ਕਿ ਕੇਸੂ ਦੇ ਫੁੱਲ ਹਨ। ਪਰ ਕੇਸੂ ਦੇ ਲਾਲ ਫੁੱਲ ਮੌਤ ਦੀਆਂ ਕਤਾਰਾਂ ਬਣ ਕੇ ਸਿੰਘਾਂ ਦੇ ਇਕੱਠ ਉੱਤੇ ਆਣ ਢੁੱਕੇ ਤਾਂ ਉਦੋਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਕੁਥਾਂ ਫਸੇ ਹਾਂ। ਅਬਦਾਲੀ ਨੇ ਤੇਜ਼ ਰਫ਼ਤਾਰ ਸਵਾਰੀ ਰਾਹੀਂ ਮਲੇਰਕੋਟਲੇ ਦੇ ਭੀਖਣ ਖਾਂ ਆਦਿ ਨੂੰ ਸੁਨੇਹਾ ਘੱਲਿਆ ਸੀ ਕਿ ਸਿੱਖਾਂ ਨੂੰ ਜਿੱਥੇ ਬੈਠੇ ਹਨ ਘੇਰੀ ਰੱਖੋ, ਮੈਂ ਆ ਕੇ ਸਭ ਸਫਨ ਸਫਾਇਆ ਕਰ ਦਿਆਂਗਾ। ਪੱਟੀ ਦਾ ਫੌਜਦਾਰ ਕਾਸਮ ਖਾਂ ਮੜਲ ਇਹ ਰੋਕਣ ਦੀ ਡਿਊਟੀ ਤੇ ਸੀ ਤੇ ਪੱਟੀ ਦਾ ਹੀ ਵੱਡਾ ਹਾਕਮ ਬਖਤਿਆਰ ਖਾਨ ਕਾਫੀ ਫੌਜ ਨਾਲ ਲੈ ਕੇ ਸਿੱਖਾਂ ਨੂੰ ਨੇਸ ਤੋਂ ਨਬੂਦ ਕਰਨ ਲਈ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜਾ ਰਲਿਆ। ਜਦ ਮਿਸਲਾਂ ਦੇ ਸਰਦਾਰਾਂ ਨੂੰ ਖਬਰ ਮਿਲੀ ਕਿ ਪਿੰਡ ਗੁਰਮੇ ਲਾਗੇ ਬੈਠੇ ਸਿੱਖ ਬਾਲ ਬੱਚੇ ਨੂੰ ਕਾਸਮ ਖਾਂ ਮੜਲ ਬੜੀ ਚੌਕਸੀ ਨਾਲ ਘੇਰੀ ਬੈਠਾ ਹੈ, ਮਿਸਲ ਮੁਖੀ ਸਰਦਾਰਾਂ ਨੇ ਸਰਦਾਰ ਸ਼ਾਮ ਸਿੰਘ ਨੂੰ ਕਿਹਾ, ਇਸ ਨੂੰ ਦਰਸ਼ਨ ਦਿਓ ਤੇ ਇਸ ਦੀ ਸੁੱਖ ਸ਼ਾਂਤ ਪੁੱਛੋ। ਸਰਦਾਰ ਸ਼ਾਮ ਸਿੰਘ ਨੇ ਪਲ ਨਹੀਂ ਗਵਾਇਆ ਤੇ ਸਿੰਘ ਬਿਜਲੀ ਵਾਂਗ ਜਾ ਪਏ ਕਿ ਕਾਸਮ ਖਾਂ ਮੜਲ ਨੂੰ ਇਹ ਪਤਾ ਹੀ ਨਾ ਲੱਗਾ ਕਿ ਇਹ ਆਫਤ ਕਿੱਧਰੋਂ ਆਈ ਹੈ। ਉਸ ਨੂੰ ਤਾਂ 2 ਹੱਥ ਕਰਨ ਦੀ ਕੀ ਸੁਝਣੀ ਸੀ, ਉਲਟਾ ਉਹ ਸਿਰ ਉੱਤੇ ਪੈਰ ਰੱਖ ਕੇ ਜਿਉਂ ਭੱਜਾ। ਕਿੱਥੇ ਜਾ ਲੁਕਿਆ ਕਿ ਫਿਰ ਸਾਰਾ ਦਿਨ ਨਜ਼ਰੀ ਨਾ ਆਇਆ। ਕਾਜ਼ੀ ਨੂਰ ਮੁਹੰਮਦ ਆਪਣਾ ਜੰਗਨਾਮਾ ਦੇ 153 ਸਫ਼ੇ ਉੱਤੇ ਲਿਖਦਾ ਹੈ ਕਿ ਬਖਤਿਆਰ ਖਾਂ ਪੱਟੀ ਆਇਆ ਤਾਂ ਬੜੇ ਜੋਸ਼ ਨਾਲ ਸੀ, ਪਰ ਜਦ ਸਿੰਘਾਂ ਨਾਲ ਵਾਹ ਪਿਆ ਤੇ ਫਰਨ ਚੱਲਦੀਆਂ ਤਲਵਾਰਾਂ ਨੇ ਸਫਾਂ ਪਾੜ ਦਿੱਤੀਆਂ। ਬਖਤਿਆਰ ਖਾਨ ਨੂੰ ਐਨ ਚਾਨਣ ਹੋ ਗਿਆ ਕਿ ਵਾਹ ਕਿਹਨਾਂ ਨਾਲ ਪਿਆ ਹੈ।
ਭਾਵੇਂ ਕਾਜੀ ਨੇ ਉਸ ਦੀ ਕਾਰਗੁਜ਼ਾਰੀ ਦੇ ਸਫਾ 154-55 ਉੱਤੇ ਬੜੇ ਲਿਫਾਫੇ ਚੜ੍ਹਾਏ ਹਨ। ਅਸਲੀਅਤ ਗੁੱਝੀ ਨਹੀਂ ਰਹੀ। ਠੀਕ ਹੈ, ਦੁਵੱਲਾ ਬੜਾ ਨੁਕਸਾਨ ਹੋਇਆ। ਬਖਤਿਆਰ ਖਾਂ ਜੋ ਕਰਨ ਲਈ ਧਾਰ ਕੇ ਆਇਆ ਸੀ ਉਹ ਨਾ ਕਰ ਸਕਿਆ। ਕਾਜੀ ਸਾਹਿਬ ਨੇ ਉਸ ਨੂੰ ਆਪਣੀ ਕਾਬ ਬੁੱਕਲ ਵਿੱਚ ਲੁਕੋ ਲਿਆ। ਫਿਰ ਉਸ ਬਾਰੇ ਕੁਝ ਪਤਾ ਨਹੀਂ ਲੱਗਦਾ। ਨੰਬਰ 8, ਥਾਣੇਦਾਰ ਅਕਬਰ ਖਾਨ। ਥਾਣੇਦਾਰ ਅਕਬਰ ਖਾਨ ਬੜਾ ਜਵਾਨ, ਬੜੇ ਉੱਚੇ ਤੁਰਲੇ ਵਾਲੀ ਪੱਗ ਬੰਨ੍ਹਦਾ। ਇਸ ਦੀ ਥਾਣੇਦਾਰੀ ਤਾਂ ਬਹੁਤ ਕਾਮਯਾਬ ਨਹੀਂ ਸੀ, ਪਰ ਜਦੋਂ ਕਿਤੇ ਥਾਣਿਓਂ ਉਤਰ ਕੇ ਬਾਜ਼ਾਰ ਵਿੱਚ ਦੀ ਸਟੇਸ਼ਨ ਨੂੰ ਜਾਂਦਾ ਤਾਂ ਅੰਬਾਂ, ਆੜੂਆਂ, ਖਰਬੂਜਿਆਂ ਵਾਲੀਆਂ ਰੇਹੜੀਆਂ ਵਾਲੇ ਰੇਹੜੀਆਂ ਸੁੰਨੀਆਂ ਛੱਡ ਕੇ ਗਲੀਆਂ ਵਿੱਚ ਵੜ ਜਾਂਦੇ। ਸਬੱਬ ਇਹ ਸੀ ਕਿ ਥਾਣੇਦਾਰ ਸਾਹਿਬ ਮਨ ਮਰਜ਼ੀ ਦੇ ਅੰਬ ਰੇਹੜੀਆਂ ਤੋਂ ਫੜਦੇ। ਜੇ ਉਹਨਾਂ ਦੇ ਮਨ ਭਾਉਂਦੀ ਮਿਠਾਸ ਵਰਗਾ ਨਾ ਹੁੰਦਾ, ਅੱਧਾ ਕੁ ਚੂਪਿਆ ਅੰਬ ਰੇਹੜੀ ਵਾਲੇ ਦੇ ਸਿਰ ਵਿੱਚ ਮਾਰਦੇ। ਇਸ ਤਰ੍ਹਾਂ ਹੀ ਖਰਬੂਜ਼ੇ। ਜਦੋਂ 5-7 ਵਾਰ ਰੇਹੜੀਆਂ 'ਤੇ ਫੜੀਆਂ ਵਾਲਿਆਂ ਇਹ ਵਰਤਾਰਾ ਵਰਤਦਾ ਵੇਖਿਆ, ਥਾਣੇਦਾਰ ਸਾਹਿਬ ਦੇ ਬਾਜ਼ਾਰ ਵਿੱਚ ਪੈਰ ਧਰਦਿਆਂ ਹੀ ਰੇਹੜੀਆਂ ਸੁੰਨੀਆਂ ਛੱਡ ਗਲੀਆਂ ਵਿੱਚ ਵੜ ਜਾਂਦੇ। ਵੇਖਣ ਵਾਲਿਆਂ ਲਈ ਤਮਾਸ਼ਾ, ਪਰ ਰੇਹੜੀ ਵਾਲਿਆਂ ਦਾ ਸਿਰ ਬਚਾਉਣ ਦਾ ਚਾਰਾ ਭੱਜ ਕੇ ਗਲੀਆਂ ਵਿੱਚ ਵੜ ਕੇ ਕਰਨਾ ਵੇਖਣ ਵਾਲਿਆਂ ਲਈ ਬੜਾ ਸੁਆਦੀ ਸੀ। ਨੰਬਰ 9, ਜਨਾਬ ਮੀਆਂ ਮੁਹੰਮਦ ਅਬਾਸ ਸਾਹਿਬ। 1942 ਤੋਂ ਲੈ ਕੇ 2022 ਤੱਕ ਜਨਾਬ ਮੀਆਂ ਮੁਹੰਮਦ ਅਬਾਸ ਵਰਗਾ ਕੋਈ ਦੂਸਰਾ ਥਾਣੇਦਾਰ ਨਹੀਂ ਆਇਆ। ਬਹੁਤ ਤੰਦਰੁਸਤ, 6 ਫੁੱਟ ਉੱਚਾ ਸਰੀਰ, ਚਿਹਰੇ ਉੱਤੇ ਭਲੇ ਮਾਨਸੀ ਟਪਕਦੀ ਸੀ। ਇਸ ਦੇ ਮੂੰਹੋਂ ਕਦੀ ਕਿਸੇ ਨੇ ਗਾਲ ਨਹੀਂ ਸੁਣੀ, ਕਦੀ ਕਿਸੇ ਨਾਲ ਬੇਨਿਆਈ ਨਹੀਂ ਕੀਤੀ। ਕੋਈ ਵੱਢੀ ਲੈਣੀ ਤਾਂ ਇੱਕ ਪਾਸੇ, ਕਿਸੇ ਮਾਤਹਿੱਤ ਨੂੰ ਵੀ ਲੈਣ ਨਹੀਂ ਦਿੱਤੀ। ਵੇਲਾ ਇਹਨਾਂ ਦਾ ਵੀ ਟਹਿਲ ਸਿੰਘ ਸਭਰਾਈਆਂ ਵਾਲਾ ਹੈ, ਭਾਵ ਦੂਜੀ ਜੰਗ ਸੰਸਾਰ ਵੇਲੇ ਦਾ। ਪਾਕਿਸਤਾਨ ਜਾ ਕੇ ਇਹ PM ਭੁੱਟੋ ਸਾਹਿਬ ਦਾ ਨਿਕਟਵਰਤੀ ਹੋ ਗਿਆ। ਫਿਰ ਭੁੱਟੋ ਸਾਹਿਬ ਨੇ ਆਪਣੀ ਰਾਖੀ ਲਈ ਜਦ ਆਪਣੀ ਸਿਕਿਉਰਿਟੀ ਗਾਰਡ ਬਣਾਈ, ਮੀਆਂ ਮੁਹੰਮਦ ਅਬਾਸ ਸਾਹਿਬ ਨੂੰ ਉਸਦਾ ਡਾਇਰੈਕਟਰ ਜਨਰਲ ਬਣਾਇਆ ਗਿਆ। ਭੁੱਟੋ ਸਾਹਿਬ ਦੇ ਕਦਮਾਂ ਨਾਲ ਕਦਮ ਤਾਂ ਜ਼ਰੂਰ ਮਿਲਾਇਆ, ਪਰ ਕਿਸੇ ਮਾੜੇ ਕਰਮ ਦੇ ਹਿੱਸੇਦਾਰ ਨਹੀਂ ਬਣੇ। ਫਿਰ ਜਦੋਂ ਭੁੱਟੋ ਸਾਹਿਬ ਨੂੰ ਫੜਿਆ ਗਿਆ, ਉਸ ਵੇਲੇ ਮੀਆਂ ਮੁਹੰਮਦ ਅਬਾਸ ਸਾਹਿਬ ਨੂੰ ਵੀ ਗ੍ਰਿਫਤਾਰ ਕਰਕੇ ਮੁਕੱਦਮੇ ਵਿੱਚ ਪੂਰੀ ਤਰ੍ਹਾਂ ਨਪੀੜਿਆ ਗਿਆ। ਇਹਨਾਂ ਦੋਹਾਂ ਨੂੰ ਫਾਂਸੀ ਦੀ ਸਜ਼ਾ ਹੋਈ। ਇੱਕ ਬੜੇ ਬਾਇਨਸਾਫ, ਅਜ਼ੀਮ ਦਿਲਾਵਰ ਤੇ ਹੱਕ ਸੱਚ ਲਈ ਛਾਤੀ ਡਾਹ ਕੇ ਕੰਮ ਕਰਨ ਵਾਲੇ ਇਨਸਾਨ ਨਾਲ, ਜਿਸ ਦੇ ਹੱਥੋਂ ਕਦੀ ਕਿਸੇ ਦਾ ਬੁਰਾ ਨਹੀਂ ਸੀ ਹੋਇਆ, ਕਦੀ ਬੁਰਾ ਸੋਚਿਆ ਵੀ ਨਹੀਂ ਸੀ, ਇਨਸਾਫ ਨੇ ਉਸ ਨਾਲ ਬੁਰਾ ਕਰਦਿਆਂ ਉਸ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਨੰਬਰ 10, ਮੁਰਗੀ ਖਾਨਾ। ਪੱਟੀ ਨੇ ਕਈ ਨਜ਼ਾਰੇ ਦਿਖਾਏ ਹਨ। ਇੱਕ ਵੇਲਾ ਉਹ ਵੀ ਆਇਆ ਜਦ ਪੱਟੀ ਵਿੱਚ ਬੇਸ਼ੁਮਾਰ ਮੁਰਗੀ ਖਾਨੇ ਖੁੱਲ੍ਹ ਗਏ। ਇਹ ਕੰਮ ਇੰਨਾ ਫੈਲਿਆ ਕਿ ਸਾਰੇ ਪੰਜਾਬ ਵਿੱਚ ਆਂਡਿਆਂ ਦਾ ਭਾਅ ਪੱਟੀ ਬਣਦਾ ਸੀ। ਆਂਡਿਆਂ ਦੀਆਂ ਵੱਡੀਆਂ ਵੱਡੀਆਂ ਖੇਪਾਂ ਇੱਥੋਂ ਦੂਰ ਦਰਾਜ਼ਾਂ ਦੀਆਂ। ਚਿਕਨ ਪਾਲਣ ਦਾ ਇਹ ਹਾਲ ਕਿ ਸਕੂਲ ਵਿੱਚ ਪੜ੍ਹਾਉਂਦਿਆਂ ਉਸਤਾਦਾਂ ਨੇ ਵੀ ਮੁਰਗੀ ਖਾਨੇ ਖੋਲ੍ਹਣ ਵਿੱਚ ਬੜੀ ਦਿਲਚਸਪੀ ਦਿਖਾਈ। ਫਿਰ ਇਹ ਵੀ ਹੋ ਗਿਆ ਕਿ ਇਸ TC ਦੀ ਪਦਵੀ ਤੋਂ ਇਹ ਕਾਰੋਬਾਰ ਨਿਭਾਉਣ ਵੱਲ ਤੁਰ ਪਿਆ। ਅੱਜ ਇਹ ਹਾਲ ਹੈ ਕਿ ਇਸ ਭਲ ਭਲ ਕਰਦੇ ਸ਼ਾਨਾ ਮੱਤੇ ਕਾਰੋਬਾਰ ਦਾ ਕਿਤੇ ਕਿਤੇ ਹੀ ਮਾੜਾ ਮੋਟਾ ਚਿੰਨ੍ਹ ਦਿਸਦਾ ਹੈ। ਨੰਬਰ 11, ਸੂਬੇਦਾਰ ਮੁਹੰਮਦ ਅਸਲਮ ਖਾਨ। ਕਾਬਲ ਦਾ ਮੌਲਵੀ ਮੁਹੰਮਦ ਮੁਅੱਜ਼ਬ ਉਰਫ ਮੁਹੰਮਦ ਬਾਦਸ਼ਾਹ ਬਹਾਦਰ ਸ਼ਾਹ ਦਾ ਨਾਇਬ। ਇਹ ਬੜੇ ਕਮਜ਼ੋਰ ਜਿਹੇ ਦਿਲ ਦਾ ਡਰਾਕਲ ਹਾਕਮ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਚੜ੍ਹਦੀ ਕਲਾ ਵਿੱਚ ਹੋਣ ਕਰਕੇ ਮਝੈਲ ਸਿੰਘਾਂ ਦਾ ਇੰਨਾ ਹੌਸਲਾ ਵੱਧ ਗਿਆ ਕਿ ਉਹ ਲਾਹੌਰ ਦੀਆਂ ਕੰਧਾਂ ਤੱਕ ਸਭ ਮਾਂਜ ਮਜਾਈ ਕਰ ਜਾਂਦੇ। ਬਾਹਰ ਦੇ ਮੌਲਵੀ ਮਲਾਣਿਆਂ ਉੱਤੇ ਵੀ ਜਦੋਂ ਸਿੰਘਾਂ ਦੀ ਨਿਗਾਹ ਹੋਈ, ਆਪਣੇ ਪਿੰਡ ਪੀੜ ਛੱਡ ਕੇ ਚੀਕਾਂ ਮਾਰਦੇ ਲਾਹੌਰ ਆ ਵੜੇ। ਲਾਹੌਰ ਵਿੱਚ ਤੜਥੱਲੇ ਮੱਚ ਗਏ। ਸਾਰੇ ਅਸਲਮ ਖਾਨ ਨੂੰ ਆਖਣ ਕਿ ਇਹਨਾਂ ਦਾ ਪ੍ਰਬੰਧ ਕਰੋ, ਇਹਨਾਂ ਨੂੰ ਐਸਾ ਡਰ ਪਾਓ ਕਿ ਲਾਹੌਰੋਂ ਦੂਰ ਹੀ ਰਹਿਣ। ਸੂਬੇਦਾਰ ਅਸਲਮ ਖਾਨ ਆਪ ਤਾਂ ਸਿੰਘਾਂ ਨਾਲ ਤਲਵਾਰੀ ਨਾ ਸਿੰਝ ਸਕਿਆ, ਸਗੋਂ ਕਿਤੇ ਕਿਤੇ ਕੜਾਹ ਪ੍ਰਸ਼ਾਦ ਲਈ ਚੋਖੀ ਵੱਡੀ ਰਕਮ ਦੇ ਕੇ ਸਿੰਘਾਂ ਦੇ ਰਾਹ ਨੂੰ ਟਾਲ ਲੈਂਦਾ। ਪਰ ਇਹ ਕਿੰਨਾ ਕੁ ਚਿਰ ਹੋਣਾ ਸੀ। ਨੇਸਟਾ ਭਰਲੀ ਦੇ ਕਾਨੂੰਗੋ ਭਗਵੰਤ ਰਾਏ ਨੇ ਦਰਿਆ ਰਾਵੀ ਕੰਢੇ ਇੱਕ ਬੜੀ ਤਕੜੀ ਹਵੇਲੀ ਬਣਾਈ ਸੀ। ਲਾਹੌਰੋਂ ਚੁਫੇਰੇ ਫਿਰਦੇ ਸਿੰਘ ਇੱਕ ਵਾਰ ਇਸੇ ਵਿੱਚ ਇਕੱਠੇ ਹੋ ਗਏ। ਇਹ ਖਬਰ ਲਾਹੌਰ ਵੀ ਪਹੁੰਚ ਗਈ। ਮੁਲਾਣਿਆਂ ਫਿਰ ਉੱਦਣ ਧੁੰਮੀ ਚੁੱਕ ਲਈ। ਲਾਹੌਰੋਂ ਚੜ੍ਹੀ ਫੌਜ ਨੇ ਮੁਲਖਈਆ ਇੱਧਰ ਆ ਰਹੇ ਸਨ। ਉੱਧਰ ਸਿੰਘਾਂ ਨੂੰ ਵੀ ਖਬਰ ਮਿਲ ਗਈ।
ਉਹ ਵੀ ਰਾਮ ਜੰਗੇ ਬੰਦੂਕਾਂ ਤੇ ਤੀਰ ਕਮਾਨ ਲੈ ਕੇ ਕੰਧਾਂ ਉੱਤੇ ਖਲੋਤੇ। ਜਦ ਆਉਣ ਵਾਲੇ ਹਾਲ ਹੂ ਕਰਦੇ ਲਾਗੇ ਟੁਕੇ ਸਿੰਘਾਂ ਦੀਆਂ ਗੋਲੀਆਂ ਦੀਆਂ ਬੁਛਾੜਾਂ ਅਤੇ ਤੀਰਾਂ ਨੇ ਮੂਹਰਲੇ ਸਾਰੇ ਧਰਤੀ ਉੱਤੇ ਵਿਛਾ ਦਿੱਤੇ। ਅਸਰ ਤਾਂ ਹੋਇਆ, ਪਰ ਉਹਨਾਂ ਦਾ ਦਿਲ ਨਹੀਂ ਟੁੱਟਾ। ਉਹ ਵੀ ਘੇਰਾ ਘੱਤ ਕੇ ਬਹਿ ਗਏ। ਅੰਦਰ 200 ਹੀ ਸਿੰਘ ਸਨ। ਦਾਣੇ ਪੱਠੇ ਤੋਂ ਬਗੈਰ ਭਲਾ ਕਿੰਨਾ ਕੁ ਚਿਰ ਰਹਿ ਕੇ ਮੁਕਾਬਲਾ ਕਰ ਸਕਦੇ ਸਨ। ਸਰਦੀ ਦੀ ਇੱਕ ਕਾਲੀ ਰਾਤ, ਜਦ ਮੀਂਹ ਦਾ ਜ਼ੋਰ ਪੈ ਰਿਹਾ ਸੀ ਤੇ ਝੱਖੜ ਬੜਾ ਤੇਜ਼ ਚੱਲ ਰਿਹਾ ਸੀ, ਸਿੰਘਾਂ ਮੌਕਾ ਸੰਭਾਲਿਆ। ਬਾਹਰ ਠਠੰਬਰੇ ਡਰੇ ਬੈਠਿਆਂ ਨੂੰ ਚੀਰਦੇ ਪਾੜਦੇ ਹਰਨ ਹੋ ਗਏ। ਦਿਨ ਚੜ੍ਹਿਆ। ਇਹਨਾਂ ਨੇ ਆਪਣਾ ਹੋਇਆ ਨੁਕਸਾਨ ਤੇ ਹਵੇਲੀ ਖਾਲੀ ਵੇਖ ਕੇ ਇਸ ਨੂੰ ਆਪਣੀ ਜਿੱਤ ਸਮਝ ਲਿਆ ਤੇ ਲੱਗ ਪਏ ਅੱਲਾਹੂ ਅਕਬਰ ਦੇ ਨਾਅਰੇ ਮਾਰਨ। ਮੁਰਦੇ ਤੇ ਜ਼ਖਮੀ ਚੁੱਕ ਕੇ ਆਪਣੀ ਜਿੱਤ ਦੇ ਨਾਅਰੇ ਲਗਾਉਂਦੇ ਲਾਹੌਰ ਆਣ ਅੱਪੜੇ। ਜਿਨ੍ਹਾਂ ਦੇ ਮਰੇ ਸਨ ਉਹਨਾਂ ਦੇ ਘਰੀਂ ਕੋਹਰਾਮ ਮੱਚ ਗਿਆ। ਜ਼ਖਮੀਆਂ ਦੇ ਘਰ ਵਾਲਿਆਂ ਸ਼ੁਕਰ ਮਨਾਇਆ ਕਿ ਜਿਉਂਦੇ ਤਾਂ ਘਰ ਆ ਗਏ। ਜਿਨ੍ਹਾਂ ਸਿੰਘਾਂ ਨੇ ਇਹ ਵਰਤਾਰਾ ਕੀਤਾ ਸੀ ਉਹ ਛੂਟ ਮਾਰ ਕੇ ਚਮਿਆਰੀ ਲਾਗੇ ਕੋਟਲਾ ਬੇਗਮ ਆਣ ਇਕੱਠੇ ਹੋਏ। ਸਿੰਘਾਂ ਦੇ ਵੈਰੀਆਂ ਲਾਹੌਰ ਜਾ ਸੂਹ ਦਿੱਤੀ ਕਿ ਸਿੰਘ ਕੋਟਲਾ ਬੇਗਮ, ਕੋਟਲਾ ਖਾਨੋਵਾਲ ਇਕੱਠੇ ਹੋ ਰਹੇ ਹਨ। ਮੁਲਾਣੇ ਫਿਰ ਪਾਣੀ ਵਾਂਗ ਉਬਲੇ। ਜਿਸ ਤਰ੍ਹਾਂ ਪਹਿਲਾਂ ਈਦਗਾਹ ਵਿੱਚ ਜਹਾਜ਼ ਦਾ ਝੰਡਾ ਗੱਡਿਆ ਸੀ, ਹੁਣ ਫਿਰ ਗੱਡ ਕੇ ਢੋਲ ਵਜਾ ਦਿੱਤਾ। ਜੁਲਾਹੇ, ਮੋਚੀ, ਘੁਮਿਆਰ, ਸੱਕੇ, ਮੁਗਲ, ਪਠਾਨ, ਤੇਲੀ, ਨਾਈ ਆਦਿ ਉੱਠੇ। ਹਿੰਦੂ ਵੀ ਨਾਲ ਤੁਰ ਪਏ। ਇੱਕ ਹਿੰਦੂ ਪਹਾੜ ਮੱਲ ਨੇ ਕਿਹਾ ਕਿ ਜਿਸ ਕੋਲ ਪੈਸੇ ਨਹੀਂ ਹਨ ਮੇਰੇ ਤੋਂ ਲੈ ਲਵੋ, ਮੇਰੇ ਮੁਲਾਜ਼ਮ ਹੋ ਕੇ ਜਹਾਜ਼ ਵਿੱਚ ਜੁੜੋ। ਲਾਹੌਰੋਂ ਕੋਟਲਾ ਬੇਗਮ ਨੂੰ ਜਾਂਦਿਆਂ ਰਾਹ ਵਿੱਚ ਪਿੰਡਾਂ ਦੀ ਹਿੰਦੂ ਵਸੋਂ ਤੇ ਇਹਨਾਂ ਜਨੂਨੀਆਂ ਬੜੇ ਜ਼ੁਲਮ ਢਾਹੇ। ਇੱਥੋਂ ਤੱਕ ਕਿ ਭੀਲੋਵਾਲ ਤੋਂ ਪਹਿਲਾਂ ਜਦੋਂ ਇਹਨਾਂ ਲੋਕਾਂ ਖਰਮਸਤੀ ਦੀ ਅੱਤ ਚੁੱਕ ਲਈ ਤਾਂ ਖਰੂਦੀਆਂ ਨੂੰ ਇਹਨਾਂ ਦੇ ਆਗੂਆਂ ਨੇ ਡੱਕਰੇ ਕਰਕੇ ਸਜ਼ਾ ਦਿੱਤੀ। ਇਹਨਾਂ ਦਾ ਦੂਜਿਆਂ ਉੱਤੇ ਕੋਈ ਵੱਡਾ ਅਸਰ ਨਾ ਹੋਇਆ। ਕੰਮ ਉਸੇ ਤਰ੍ਹਾਂ ਚੱਲਦਾ ਰਿਹਾ। ਇਹਨਾਂ ਦੇ ਕੋਟਲਾ ਬੇਗਮ ਵੱਲ ਚੜ੍ਹੇ ਆਉਣ ਦੀ ਖਬਰ ਵੀ ਸਿੰਘਾਂ ਨੂੰ ਹੋ ਚੁੱਕੀ ਸੀ। ਉਹ ਵੀ ਬਾਹਰ ਤਲਵਾਰਾਂ, ਨੇਜ਼ੇ, ਬੰਦੂਕਾਂ ਧਨੁੱਖ ਬਾਣ ਲਈ ਖੜੇ ਸੀ। ਜਾਂਦੇ ਸਾਰ ਹੀ ਯਾ ਅਲੀ ਦੇ ਨਾਅਰੇ ਲਗਾ ਕੇ ਜਹਾਦੀ ਸਿੰਘਾਂ ਉੱਤੇ ਟੁੱਟ ਪਏ। ਅੱਗੇ ਵੀ ਕਿਹੜਾ ਜੰਗਾਂ ਯੁੱਧਾਂ ਦੇ ਰਾਖੇ ਕੋਈ ਚੂੜੀਆਂ ਪਾ ਕੇ ਖੜੇ ਸੀ। ਐਸਾ ਸਵਾਗਤ ਹੋਇਆ ਕਿ ਜਨੂਨੀ ਜਹਾਦੀ ਗਾਜ਼ੀਆਂ ਨੂੰ ਦਿਨੇ ਤਾਰੇ ਟੁੱਟਦੇ ਨਜ਼ਰ ਆਉਣ ਲੱਗੇ। ਜਿਹੜੇ ਜੋਸ਼ ਨਾਲ ਲਾਹੌਰੋਂ ਤੁਰੇ ਤੇ ਪਹੁੰਚੇ ਸਨ, ਉਹ ਜਹਾਦੀ ਜੋਸ਼ ਪਲ ਵਿੱਚ ਕਫੂਰ ਹੋ ਗਿਆ। ਲੋਹੇ ਤੇ ਲੋਹਾ ਖੜਕਿਆ, ਪਰ ਜਹਾਦੀ ਦਿਨ ਦੀ ਘਟ ਰਹੀ ਰੋਸ਼ਨੀ, ਪਸਰ ਆਏ ਹਨੇਰੇ ਦਾ ਆਸਰਾ ਲੈ ਕੇ ਮੁਰਦੇ ਤੇ ਜ਼ਖਮੀ ਉੱਥੇ ਹੀ ਛੱਡ ਕੇ ਜਾਨ ਬਚਾਉਣ ਲਈ ਜਿੱਧਰ ਮੂੰਹ ਹੋਇਆ ਤੀਰ ਤਿੱਤਰ ਹੋ ਗਏ। ਮੀਂਹ ਹਨੇਰੀ 'ਚ ਪੰਧ ਮਾਰ ਕੇ ਭੀਲੋਵਾਲ ਆ ਪਹੁੰਚੇ। ਭੀਲੋਵਾਲ ਦੇ ਪੱਛਮ ਦੱਖਣ ਵਿੱਚ ਪਿੰਡ ਤੋਂ 200 ਗਜ ਦੂਰ ਇੱਕ ਬਹੁਤ ਵੱਡਾ ਤਲਾਅ, ਜਿਸ ਦੇ ਬੰਨੇ ਪੱਕੇ ਸਨ ਤੇ ਚਾਰ ਚੁਫੇਰੇ ਬੜਾ ਖੁੱਲ੍ਹਾ ਥਾਂ ਪਿਆ ਸੀ, ਉੱਥੇ ਆਣ ਡੇਰੇ ਲਾਏ। ਇਸ ਵੇਲੇ ਇਹਨਾਂ ਦੇ ਲੀਡਰ ਸਾਰੇ ਆਪ ਸੱਜਦ ਅਨੈਦ ਅਲੀ, ਮੁਹੰਮਦ ਤੱਕੀ, ਰੰਗੜ, ਮੁਹੰਮਦ ਜਮਾ ਸਨ। ਇਹ ਭੀਲੋਵਾਲ ਪਿੰਡ ਵਿੱਚ ਜਾ ਵੜੇ। ਫਿਰ ਇਹੋ ਜਿਹੇ ਸ਼ਿਕਾਰ ਨੂੰ ਸਿੰਘ ਕਦ ਛੱਡਣ ਵਾਲੇ ਸਨ। ਉਹ ਵੀ ਮਗਰੇ ਖੁਰਾ ਨੱਪੀ ਆਏ ਤੇ ਭੀਲੋਵਾਲ ਅੱਪੜ ਗਏ। 11 ਕੁ ਵਜੇ ਰਾਤ ਦੇ ਗਾਜ਼ੀਆਂ ਦਾ ਟਿਕਾਣਾ ਵੇਖ ਕੇ ਸਿੰਘ ਅਸਮਾਨੀ ਬਿਜਲੀ ਵਾਂਗ ਟੁੱਟੇ ਤੇ ਗੱਭੇ ਵਾੜ ਧਰ ਦਿੱਤੀ। ਜਦੋਂ ਥੱਕੇ ਟੁੱਟੇ ਤੇ ਨੀਂਦਰੇ ਦੇ ਗਰਸਿਆਂ ਅੱਬੜ ਵਾਹਿਆਂ ਵਰਦੀ ਮੌਤ ਦੇਖੀ, ਉੱਚੀ ਉੱਚੀ ਚੀਖ ਚਹਾੜਾ ਪਾਉਣਾ ਸ਼ੁਰੂ ਕਰ ਦਿੱਤਾ। ਅਨਾਇਤ ਅਲੀ ਸ਼ਾਹ ਕੋਠੇ ਦੇ ਉੱਤੇ ਚੜ੍ਹ ਕੇ ਉੱਚੀ ਉੱਚੀ ਆਖਣ ਲੱਗਾ, ਭੱਜ ਕੇ ਪਿੰਡ ਆਣ ਵੜੋ, ਬਚਾਅ ਹੋਵੇਗਾ। ਪਰ ਚੀਤਿਆਂ ਬਘੇਲਿਆਂ ਵਿੱਚ ਦੀ ਜਾਨ ਪਿਆਰੀ ਕਰਕੇ ਜਦ ਪਿੰਡ ਵੱਲ ਨੂੰ ਲੰਘੇ ਤਾਂ ਸਿੰਘਾਂ ਦੀਆਂ ਤੇਗਾਂ ਕੋਈ ਖਾਲੀ ਮਿਆਨ ਵਿੱਚ ਤਾਂ ਨਹੀਂ ਸਨ, ਉਹਨਾਂ ਦੇ ਹੱਥਾਂ ਵਿੱਚ ਸਨ। ਪਿੰਡ ਵੱਲ ਨੂੰ ਲੰਘ ਰਿਆਂ ਨਾਲ ਕੀ ਸਲੂਕ ਹੋਇਆ ਇਹ ਤਾਂ ਸਿਰਫ ਉਹੀ ਦੱਸ ਸਕਦੇ ਹਨ, ਪਰ ਉਹ ਅੱਜ ਕਿੱਥੇ। ਹਵੇਲੀ ਭਗਵੰਤ ਰਾਏ, ਕੋਟਲਾ ਬੇਗਮ, ਭੀਲੋਵਾਲ, ਇਹਨਾਂ ਥਾਵਾਂ ਉੱਤੇ ਅਸਲਮ ਖਾਂ ਦੀ ਇਮਦਾਦ ਨਾਲ ਭੇਜੇ ਜਹਾਦੀ ਗਾਜ਼ੀ ਥੋੜ੍ਹੇ ਜਿਹੇ ਸਿੰਘਾਂ ਦੇ ਹੱਥੋਂ ਆਪਣੀ ਬੁਰੀ ਗਤ ਕਰਵਾ ਕੇ ਲਾਹੌਰ ਵੱਲ ਮੁੜਦੇ ਰਹੇ। ਜਿਸ ਨਾਲ ਮੁਲਾਣੇ ਜੋ ਅਸਲਮ ਖਾਂ ਨੂੰ ਬੁਰਾ ਭਲਾ ਕਹਿੰਦੇ ਸੀ, ਉਹ ਮੱਠੇ ਤਾਂ ਨਾ ਪਏ। ਅਸਲਮ ਖਾਂ ਤੋਂ ਬਸ ਇੰਨੀ ਹੀ ਸਰੀ, ਉਹ ਵੀ ਇਸ ਲਈ ਕਿ ਬਹਾਦਰ ਸ਼ਾਹ, ਜਿਸ ਦਾ ਇਹ ਨਾਇਬ ਸੀ, ਉਸ ਦੀਆਂ ਅੱਖਾਂ ਵਿੱਚ ਕੋਈ ਥੋੜ੍ਹਾ ਬਹੁਤਾ ਮਾਣ ਸਤਿਕਾਰ ਬਣਿਆ ਰਹੇ। ਪਰ ਮੁਲਾਣਿਆਂ ਨੂੰ, ਜੋ ਗੈਰ ਮੁਸਲਮਾਨਾਂ ਵਿਸ਼ੇਸ਼ ਤੌਰ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਨੇਹੀਆਂ ਨੂੰ ਦੁੱਖ ਦੇ ਕੇ ਮਾਰ ਮਕਾਉਣ ਦੇ ਇਰਾਦੇ ਰੱਖਦੇ ਸਨ, ਉਹਨਾਂ ਵਿੱਚ ਕੋਈ ਕਮੀ ਨਾ ਆਈ ਤੇ ਨਾ ਹੀ ਇਹਨਾਂ ਕਦੀ ਅਸਲਮ ਖਾਂ ਦਾ ਲਿਹਾਜ਼ ਕੀਤਾ। ਅਸਲਮ ਖਾਨ ਦੀ ਚੁੱਕ ਨਾਲ
ਚੂੜਮਲ ਉਹਰੀ ਦੇ ਕਹੇ ਕਹਾਏ ਪੱਟੀ ਦੇ ਅਮੀਨ ਹਰ ਸਹਾਏ ਨੇ ਆਪਣੀ ਫੌਜ ਤੇ ਮੁਲਖਈਆ ਲੈ ਕੇ ਅੰਮ੍ਰਿਤਸਰ ਵੱਲ ਥੋੜ੍ਹੇ ਜਿਹੇ ਇਕੱਠੇ ਹੋਏ ਸਿੰਘਾਂ ਉੱਤੇ ਹਮਲਾ ਬੋਲ ਦਿੱਤਾ। ਅੱਗੋਂ ਸਿੰਘਾਂ ਵੀ ਤੇਗਾਂ ਨਾਲ ਯੋਗ ਸਵਾਗਤ ਕੀਤਾ। ਐਸੇ ਆਹੂ ਲਾਹੇ ਤੇ ਚੜ੍ਹ ਆਈ ਫੌਜ ਤੇ ਮੁਲਖਈਆ ਆਦੀਆਂ ਵਾਰਾਂ ਚੜ੍ਹੇ ਤੂਫਾਨ ਜੰਗ ਵਿੱਚ ਕੱਖ ਕਾਨਿਆਂ ਵਾਂਗ ਉੱਡ ਗਈਆਂ। ਹਰ ਸਹਾਏ ਮਾਰਿਆ ਗਿਆ। ਹਰ ਸਹਾਏ ਦੀ ਲਾਸ਼ ਦਾ ਕੀ ਬਣਿਆ, ਇਸ ਘਮਸਾਨ ਵਿੱਚ ਕੋਈ ਪਤਾ ਨਾ ਲੱਗਾ। ਹਾਂ, ਅਸਲਮ ਖਾਨ ਨੂੰ ਸੁਣਾਉਣੀ ਪਹੁੰਚ ਗਈ, ਤੇਰਾ ਪੱਟੀ ਦਾ ਅਮੀਨ ਸਿੰਘਾਂ ਹੱਥੋਂ ਮਾਰਿਆ ਗਿਆ ਹੈ। ਅਸਲਮ ਖਾਨ ਅਜੇ ਵੀ ਚੁੱਪ ਕਰਕੇ ਨਹੀਂ ਬੈਠਾ। ਉਸਨੇ ਨਸ਼ਹਿਰਾ ਪਨੂਆਂ ਦੇ ਦੇਵਾਂ ਜੱਟਾਂ ਨੂੰ ਫੌਜ ਦੇ ਕੇ ਹੁਕਮ ਕੀਤਾ ਕਿ ਉਹ ਆਪਣੇ ਆਦਮੀ ਨਾਲ ਰਲਾਵੇ। ਦੇਵਾਂ ਜੱਟ ਸਿੰਘਾਂ ਉੱਤੇ ਹਮਲਾਵਰ ਹੋਇਆ। ਸਿੰਘਾਂ ਮੂਹਰੇ ਪਲ ਵੀ ਨਾ ਖਲੋ ਸਕਿਆ। ਰਣ ਵਿੱਚੋਂ ਐਸਾ ਭੱਜਿਆ ਕਿ ਨੌਸ਼ਹਿਰੇ ਆ ਕੇ ਹੀ ਦਮ ਲਿਆ। ਜਿਨ੍ਹਾਂ ਨੂੰ ਪਿੱਛੇ ਛੱਡ ਗਿਆ ਸੀ ਉਹਨਾਂ ਨਾਲ ਕੀ ਵਾਪਰੀ, ਸੂਝਵਾਨ ਪਾਠਕ ਖੁਦ ਹੀ ਸਮਝ ਵਿਚਾਰ ਲੈਣ। ਕਿਤਾਬ ਕਦੀਮ ਤਵਾਰੀਖੀ ਸ਼ਹਿਰ ਪੱਟੀ, ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਤੁਸੀਂ ਸੁਣ ਰਹੇ ਸੀ ਕਿਤਾਬ ਦਾ ਦੂਜਾ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।